सतनाम वाहिगुरु साहिब जीओ। भगत सोहैं दरबार, शब्द सुहाया जियो। बोले अमृत बाण, रसन रसाया जियो। भगत सोहैं दरबार, शब्द सुहाया जियो। बोले अमृत बाण, रसन रसाया जियो। रसन रसाए नाम तिसाए, गुर कै शब्द बिकाणे। पारस परस्यं पारस होए, जाते रह मन भाणे। अमरा पद पाया आप गवाया, विरला ज्ञान विचारी। नानक भगत सोहन दर साचै, साचे के व्यापारी। अमरा पद पाया आप गवाया, विरला ज्ञान विचारी। नानक भगत सोहन दर साचै, साचे के व्यापारी। वाहिगुरु जी का खालसा, वाहिगुरु जी की फतेह। परम सत्कारयोग, जुगो जुग अटल गुरगद्दी ते सुभाईमान सर्ब सांझी वालता दे रहबर, नाम के जहाज हल्त पलत दे रखियक, लोक परलोक दे सहायक हाजिर नाजिर। बाणी गुरु गुरु है बाणी, विच बाणी अमृत सारे। गुर बाणी का है सेवक जन माने, प्रतख गुरु निस्तारे। शब्द गुरु शहनशाह दो आलम, सरवरे कायनात। अथाह सहाबा नमोह मुहाबा। धन 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 साहिब श्री गुरु ग्रंथ साहिब जी महाराज। पातशाह जी दे पावन चरना अंदर सुशोभित होए बैठे गुरु सवारे सत्संगी जनों, आप बड़ भागे हो। अमृतमयी बाणी दा रस पिन्ना कीर्तन, गुरु के कीर्तनीय भाई साहब भाई जोधवीर सिंह जी होरां दे जथे पासों आप जी बड़े ही प्यार अदब सहित सरवण कर रही सी। उपरंत रोजाना की तरह चल रही लड़ीवार साहिब श्री गुरु ग्रंथ साहिब जी की बाणी की विचार नाल सांझ पाइए। पावन बचनों की विचार नाल सांझ पाउण तो पहला आप सब माई भाई मनां नूं गुरचरणों दे विच एकाग्रत करो, सुरतियां नूं गुर शब्द नाल जोड़ो। कबीर एक घड़ी आदि घड़ी आदि हूं ते आद, भगतन सिद्धि गोष्ठे जो कीने सुलाभ दे महवाक अनुसार। जितना भी समा गुर शब्द की विचार नाल सांझ पै सके, ये विचार साडे जीवन नूं लाभ पहुंचा सके। साहिब जी की असीस हासिल करने हित बड़े ही प्यार अदब सहित रस भरनी आवाज विच
ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਅੱਜ ਦੇ ਇਲਾਹੀ ਅੰਮ੍ਰਿਤਮਈ ਵਚਨ ਧਨਾਸਰੀ ਰਾਗ ਦੇ ਅੰਦਰ ਛੰਤਾਂ ਦੇ ਰੂਪ ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਕ 688 ਉੱਪਰ ਸੁਸ਼ੋਭਿਤ ਹਨ। ਇਸ ਸ਼ਬਦ ਦੇ ਚੌਥੇ ਚੰਦ ਦੀ ਅੱਜ ਵਿਚਾਰ ਆਰੰਭ ਹੈ। ਸਤਿਗੁਰੂ ਜੀ ਨੇ ਮਹਿਰਾਮਤ ਕੀਤੀ ਕਿ ਪਰਮੇਸ਼ਰ ਜੀ ਦੇ ਭਗਤ ਪ੍ਰਭੂ ਦੇ ਦਰਵਾਜ਼ੇ ਸ਼ੋਭਦੇ ਹਨ, ਮਾਲਕ ਦੇ ਦਰ ਤੇ ਉਹ ਪ੍ਰਵਾਨ ਹਨ। ਆਪਣੀ ਅੰਮ੍ਰਿਤਮਈ ਜ਼ੁਬਾਨ ਦੇ ਰਾਹੀਂ ਆਤਮਿਕ ਜੀਵਨ ਦੇਣ ਵਾਲੇ ਜਲ ਰੂਪੀ ਬੋਲਾਂ ਨੂੰ ਬੋਲਦੇ ਹਨ। ਉਹਨਾਂ ਦੀ ਰਸਨਾ ਦੇ ਵਿੱਚ ਪਰਮੇਸ਼ਰ ਜੀ ਦੇ ਨਾਮ ਦਾ ਰਸ ਭਰ ਗਿਆ। ਸਤਿਗੁਰੂ ਜੀ ਦੇ ਬਚਨ ਭਗਤ ਸੋਹੈ ਦਰਬਾਰ ਸ਼ਬਦ ਸੁਹਾਇਆ ਜੀਓ ਬੋਲੇ ਅੰਮ੍ਰਿਤ ਬਾਣ ਰਸਨ ਰਸਾਇਆ ਜੀਓ। ਭਗਤ ਸੋਹੈ ਦਰਬਾਰ, ਪ੍ਰਭੂ ਦੇ ਭਗਤ ਪਰਮੇਸ਼ਰ ਜੀ ਦੇ ਦਰਬਾਰ ਵਿੱਚ ਸ਼ੋਭਦੇ ਨੇ। ਸ਼ਬਦ ਸੁਹਾਇਆ ਜੀਓ, ਸ਼ਬਦ ਦੇ ਰਾਹੀਂ ਉਹ ਸੋਹਣੇ ਲੱਗਦੇ ਨੇ, ਮਾਲਕ ਦੇ ਦਰ ਤੇ ਸ਼ੋਭਾ ਦਿੰਦੇ ਨੇ, ਪ੍ਰਵਾਨ ਚੜ ਗਏ। ਭਗਤ ਹੀ ਪਰਮੇਸ਼ਰ ਦੇ ਦਰ ਤੇ ਸ਼ੋਭਦੇ ਨੇ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅਸੀਂ ਅਕਸਰ ਬਚਨ ਪੜ੍ਹਦੇ ਹਾਂ। ਸ਼ਾਮ ਨੂੰ ਸੋਦਾ ਰਹਿਰਾ ਸਾਹਿਬ ਦੀ ਬਾਣੀ ਵਿੱਚ ਜਿਹੜਾ ਸੋ ਪੁਰਖ ਦਾ ਸ਼ਬਦ ਆਉਂਦਾ ਹੈ, 5 ਪਦਿਆਂ ਵਾਲਾ, ਇਹਦੇ ਵਿੱਚ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ ਮਹਿਰਾਮਤ ਕੀਤੀ ਕਿ ਇਸ ਧਰਤੀ ਤੇ ਬੜੇ ਜਤੀ ਸਤੀ ਨੇ, ਬੜੇ ਪੰਡਿਤ ਨੇ, ਬੜੇ ਵਿਦਵਾਨ ਨੇ, ਬੜੇ ਤਪਸਵੀ ਨੇ ਔਰ ਬੜੇ ਭਗਤ ਨੇ ਔਰ ਬੜੇ ਗ੍ਰੰਥਾਂ ਨੂੰ ਪੜ੍ਹਨ ਵਾਲੇ ਨੇ, ਪਰ ਇਹ ਸਾਰੇ ਪ੍ਰਵਾਨ ਨੇ। ਸਾਰੇ ਉਸ ਮਾਲਕ ਦੀ ਸਿਫਤ ਗਾ ਰਹੇ ਨੇ। ਕੋਈ ਗਾ ਰਿਹਾ, ਕੋਈ ਪੜ੍ਹ ਰਿਹਾ, ਕੋਈ ਵਿਚਾਰ ਰਿਹਾ, ਕੋਈ ਉਹਨੂੰ ਆਵਾਜ਼ ਦੇ ਰਿਹਾ, ਕੋਈ ਕਸ਼ਟ ਦੇ ਕੇ ਉਹਨੂੰ ਪੁਕਾਰ ਰਿਹਾ। ਕਰ ਸਾਰੇ ਰਹੇ ਨੇ। ਪੁੱਛਿਆ ਗੁਰੂ ਰਾਮਦਾਸ ਪਾਤਸ਼ਾਹ ਜੀ ਸਾਰੇ ਪ੍ਰਵਾਨ ਨੇ? ਦੇਖੋ, ਕਦੀ ਘਰ ਦੇ ਵਿੱਚ ਕੋਈ ਸਮਾਗਮ ਰੱਖਿਆ ਹੋਵੇ, ਵਿਆਹ ਸ਼ਾਦੀ ਹੋਵੇ, ਮਨੋਂ ਵਿਆਹ ਰੱਖਿਆ ਘਰ ਵਿੱਚ, ਅਸੀਂ ਕੀ ਕਰਦੇ ਹਾਂ? ਆਪਣੇ ਰਿਸ਼ਤੇਦਾਰਾਂ ਨੂੰ, ਮਹਿਮਾਨਾਂ ਨੂੰ, ਦੋਸਤਾਂ ਮਿੱਤਰਾਂ ਨੂੰ ਅਸੀਂ ਸੁਨੇਹੇ ਭੇਜਦੇ ਹਾਂ ਕਿ ਇੰਨੀ ਤਰੀਕ ਨੂੰ ਬਰਾਤ ਚੜ੍ਹਨੀ ਹੈ, ਹਾਜ਼ਰ ਹੋ ਜਾਇਓ, ਜਾਂ ਇੰਨੀ ਤਰੀਕ ਨੂੰ ਬਰਾਤ ਸਾਡੇ ਘਰ ਆਉਣੀ ਹੈ, ਹਾਜ਼ਰ ਹੋ ਜਾਇਓ। ਤੇ ਧੀ ਦਾ ਵਿਆਹ ਰੱਖਿਆ ਸੀ, ਇੰਨੀ ਤਰੀਕ ਨੂੰ ਆਨੰਦ ਕਾਰਜ ਹੋਣੇ ਨੇ, ਤੇ ਆਪ ਹਾਜ਼ਰ ਹੋ ਜਾਇਓ। ਹੁਣ ਰਿਸ਼ਤੇਦਾਰ ਬੜੇ ਨੇ, ਦੋਸਤ ਮਿੱਤਰ ਸੱਜਣ ਬੜੇ ਨੇ, ਪਰ ਉਹਨਾਂ ਸਾਰਿਆਂ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਦੇ ਵਿੱਚੋਂ ਕੁਝ ਖਾਸ ਵੀ ਹੁੰਦੇ ਨੇ ਜਿਨ੍ਹਾਂ ਨਾਲ ਬਹੁਤ ਨੇੜਤਾ ਹੋਵੇ। ਬੁਲਾਇਆ ਸਭ ਨੂੰ, ਸੱਦਾ ਸਭ ਨੂੰ ਦਿੱਤਾ, ਆਇਓ, ਲੰਗਰ ਭੋਜਨ ਦਾ ਪ੍ਰਬੰਧ ਹੋਏਗਾ, ਛਕਿਓ। ਪਰ ਕੁਝ ਖਾਸ ਮਿੱਤਰ, ਕੁਝ ਖਾਸ ਦੋਸਤ ਹੁੰਦੇ ਨੇ ਜਿਨ੍ਹਾਂ ਨੂੰ ਕਿਹਾ ਜਾਂਦਾ ਵੀ 2 ਦਿਨ 4 ਦਿਨ ਪਹਿਲਾਂ ਆ ਜਾਇਓ, ਸਾਡਾ ਸਾਥ ਦਿਓ ਜੀ, ਤੁਹਾਡੀ ਹੈਲਪ ਦੀ ਲੋੜ ਹੈ। ਕੁਝ ਖਾਸ ਰਿਸ਼ਤੇਦਾਰ, ਕੁਝ ਖਾਸ ਮਿੱਤਰ ਐਸੇ ਨੇ ਜਿਨ੍ਹਾਂ ਦੀ ਪਰਿਵਾਰ ਨਾਲ ਇੰਨੀ ਨੇੜਤਾ ਹੁੰਦੀ ਹੈ, ਉਹ ਬੜੇ ਮਾਣ ਨਾਲ ਕਹਿੰਦੇ ਨੇ ਵੀ ਤੁਸੀਂ 4 ਦਿਨ ਪਹਿਲਾਂ ਪਹੁੰਚ ਕੇ ਹੱਥ ਵਟਾਣਾ ਹੈ ਕੰਮ ਦੇ ਵਿੱਚ। ਉਹ ਆਖਦੇ ਨੇ 7 ਵਜੇ ਵਿਆਹ ਦਾ ਦਿਨ ਆਇਆ। ਵਿਆਹ ਦੇ ਦਿਨ ਫਿਰ ਉਹਨਾਂ ਖਾਸ ਮਿੱਤਰਾਂ ਨੂੰ, ਉਹਨਾਂ ਖਾਸ ਰਿਸ਼ਤੇਦਾਰਾਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਜਿਹੜੇ ਰਿਸ਼ਤੇਦਾਰ ਮਹਿਮਾਨ ਆ ਰਹੇ ਨੇ, ਪਹਿਲਾਂ ਉਹਨਾਂ ਨੂੰ ਲੰਗਰ ਭੋਜਨ ਛਕਾ ਲਈਏ, ਉਹਨਾਂ ਦੀ ਸੇਵਾ ਕਰ ਲਈਏ, ਜਦੋਂ ਘਰੋਂ ਘਰੀ ਚਲੇ ਜਾਣਗੇ ਅਸੀਂ ਬਾਅਦ ਚ ਆਰਾਮ ਨਾਲ ਬਹਿ ਕੇ ਛਕ ਲਾਂਗੇ। ਮਾਣ ਹੈ ਨਾ, ਨੇੜਤਾ ਜ਼ਿਆਦਾ ਹੈ ਉਹਨਾਂ ਨਾਲ ਕਿ ਆ ਜਿੰਨੇ ਰਹੇ ਨੇ ਰਿਸ਼ਤੇਦਾਰ ਸਾਰੇ ਹੀ ਨੇ, ਮਹਿਮਾਨ ਸਾਰੇ ਹੀ ਨੇ, ਪਰ ਉਹਨਾਂ ਨਾਲ ਇੰਨੀ ਨੇੜਤਾ ਨਹੀਂ। ਉਹ ਲੰਗਰ ਪ੍ਰਸ਼ਾਦਾ ਛਕ ਜਾਣਗੇ, ਚਲੇ ਜਾਣਗੇ, ਆਪਾਂ ਬਾਅਦ ਵਿੱਚੋਂ ਇਕੱਠੇ ਬੈਠ ਕੇ ਭੋਜਨ ਕਰ ਲਾਂਗੇ। ਜ਼ਿਆਦਾ ਪਿਆਰ ਹੈ ਨਾ ਜਿਨ੍ਹਾਂ ਨਾਲ, ਉਹਨਾਂ ਨੂੰ ਰੋਕ ਦਿੱਤਾ ਜਾਂਦਾ ਹੈ।
ਰਿਸ਼ਤੇਦਾਰ ਮਹਿਮਾਨ ਸਾਰੇ ਹੀ ਨੇ, ਪਰ ਉਹ ਖਾਸ ਮਹਿਮਾਨ ਨੇ ਜਿਹੜੇ ਘਰ ਦੇ ਮਾਲਕ ਨੂੰ ਚੰਗੇ ਲੱਗਦੇ ਨੇ, ਉਹ ਖਾਸ ਮਹਿਮਾਨ ਨੇ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ ਬਚਨ ਕੀਤਾ, ਕਹਿਣ ਲੱਗੇ, हे ਪ੍ਰਭੂ, ਅਨੇਕਾਂ ਭਗਤ ਤੇਰੀ ਭਗਤੀ ਕਰਨ ਵਾਲੇ ਨੇ, ਅਨੇਕਾਂ ਤਪੀਸਰ ਤੇਰਾ ਤਪ ਕਰਨ ਵਾਲੇ ਨੇ, ਅਨੇਕਾਂ ਜਪੀ ਤੇਰੇ ਨਾਮ ਦਾ ਰਟਨ ਜਾਪ ਕਰੀ ਜਾ ਰਹੇ ਨੇ, ਅਨੇਕਾਂ ਵਿਦਵਾਨ ਤੇਰੇ ਵੇਦਾਂ ਸ਼ਾਸਤਰਾਂ ਸਿਮਰਤੀਆਂ ਦੇ ਗ੍ਰੰਥ ਪੜ੍ਹੀ ਹੀ ਜਾ ਰਹੇ ਨੇ, ਅਨੇਕਾਂ ਪੰਡਤ ਤੇਰਾ ਗੁਣਗਾਨ ਵਖਿਆਨ ਕਰ ਹੀ ਰਹੇ ਨੇ, ਪਰ ਪਿਆਰੇ ਉਹ ਨੇ ਜਿਹੜੇ ਤੈਨੂੰ ਚੰਗੇ ਲੱਗਣ। ਹੈ ਸਾਰੇ ਹੀ ਧਰਮੀ, ਪ੍ਰਵਾਨ ਉਹ ਨੇ ਜਿਹੜੇ ਤੈਨੂੰ ਚੰਗੇ ਲੱਗਣ, ਉਹ ਨੇ ਤੇਰੇ ਭਗਤ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ, ਤੇਰੇ ਘਰ ਭਗਤੀ ਦੇ ਭੰਡਾਰੇ ਭਰੇ ਪਏ ਨੇ, ਅੰਤ ਨਹੀਂ ਹੈ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ, ਤੇਰੀ ਅਨੇਕ ਕਰੇ ਹਰ ਪੂਜਾ ਜੀ, ਤਪ ਤਾਪੈ ਜਪੈ ਬੇਅੰਤਾ। ਤੇਰੇ ਭਗਤ ਜਦੋਂ ਅਸੀਂ ਮੈਂ ਦੇਖਦੇ ਹਾਂ ਕਿ ਅਨੇਕਾਂ ਧਰਮੀ ਸਾਡੇ ਸਾਹਮਣੇ ਨਜ਼ਰ ਆਉਂਦੇ ਨੇ, ਕੋਈ ਜਪ ਕਰ ਰਿਹਾ, ਕੋਈ ਤਪ ਕਰ ਰਿਹਾ, ਕੋਈ ਭਗਤੀ ਕਰ ਰਿਹਾ। ਸਤਿਗੁਰੂ ਨੇ ਸਾਰਿਆਂ ਦਾ ਜ਼ਿਕਰ ਕੀਤਾ। ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨੇਕ ਅਨੰਤਾ। ਅਨੇਕਾਂ ਭਗਤ ਤੇਰੀ ਭਗਤੀ ਕਰ ਰਹੇ ਨੇ, ਤੇਰੀ ਸਿਫਤ ਸਲਾਹਨ ਕਰ ਰਹੇ ਨੇ। ਤੇਰੀ ਅਨੇਕ ਕਰੇ ਹਰ ਪੂਜਾ ਜੀ, ਤਪ ਤਾਪੈ ਜਪੈ ਬੇਅੰਤਾ। ਅਨੇਕਾਂ ਤੇਰੀ ਪੂਜਾ ਕਰ ਰਹੇ ਨੇ, ਅਨੇਕਾਂ ਤੇਰਾ ਤਪ ਕਰ ਰਹੇ ਨੇ, ਤੇਰੀ ਤਪੱਸਿਆ ਕਰ ਰਿਹਾ, ਕੋਈ ਤੇਰੀ ਪੂਜਾ ਕਰ ਰਿਹਾ। ਤੇਰੀ ਅਨੇਕ ਕਰੇ ਹਰ ਪੂਜਾ ਜੀ, ਤਪ ਤਾਪੈ ਜਪੈ ਬੇਅੰਤਾ। ਤੇਰੇ ਅਨੇਕ ਪੜ੍ਹੇ ਬਹੁਤ ਸਿਮਰਤ ਸ਼ਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਅਨੇਕਾਂ ਤੇਰੇ ਵੇਦ ਸ਼ਾਸਤਰ ਪੜ੍ਹ ਰਹੇ ਨੇ, ਸਿਮਰਤੀਆਂ ਪੜ੍ਹ ਰਹੇ ਨੇ, ਅਨੇਕਾਂ 6 ਕਰਮ ਕਰ ਰਹੇ ਨੇ, ਕਰਮ ਕਾਂਡ ਕਰ ਰਹੇ ਨੇ। ਧਰਮੀ ਸਾਰੇ ਹੀ ਨੇ, ਚਾਹੇ ਕੋਈ ਪੂਜਾ ਕਰ ਰਿਹਾ, ਚਾਹੇ ਕੋਈ ਤਪ ਕਰ ਰਿਹਾ, ਚਾਹੇ ਕੋਈ ਭਗਤੀ ਕਰ ਰਿਹਾ, ਚਾਹੇ ਕੋਈ ਕਰਮ ਕਾਂਡ ਕਰ ਰਿਹਾ। ਧਰਮੀ ਸਾਰੇ ਅਖਵਾਉਂਦੇ ਨੇ, ਪਰ ਪ੍ਰਵਾਨ ਕੌਣ ਨੇ? ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੇਂ ਮੇਰੇ ਹਰ ਭਗਵੰਤਾ। हे ਪ੍ਰਭੂ, ਭਗਤ ਉਹ ਤੇਰੇ ਪ੍ਰਵਾਨ ਨੇ ਜਿਹੜੇ ਤੈਨੂੰ ਭਾ ਜਾਂਦੇ ਨੇ, ਉਹ ਭਗਤ ਭਲੇ ਨੇ ਜਿਹੜੇ ਤੈਨੂੰ ਚੰਗੇ ਲੱਗਣ ਲੱਗ ਜਾਣ। ਹੈ ਤੇ ਸਾਰੇ ਹੀ ਧਾਰਮਿਕ ਲੋਕ, ਪਰ ਪ੍ਰਵਾਨ ਨੂੰ ਚੜ੍ਹਦੇ ਨੇ ਜਿਹੜੇ ਤੈਨੂੰ ਚੰਗੇ ਲੱਗਣ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੇਂ ਮੇਰੇ ਹਰ ਭਗਵੰਤਾ। ਭਗਤ ਹੀ ਉਹ ਜਿਹੜੇ ਤੇਰੇ ਦਰਬਾਰ 'ਚ ਸ਼ੋਭਦੇ ਨੇ, ਤੈਨੂੰ ਭਾ ਜਾਂਦੇ ਨੇ, ਉਹ ਤੇਰੇ ਦਰਵਾਜ਼ੇ ਤੇ ਫਿਰ ਸ਼ੋਭਦੇ ਨੇ। ਅੱਜ ਦੇ ਬਚਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ, ਭਗਤ ਸੋਹੈ ਦਰਬਾਰ ਸ਼ਬਦ ਸੁਹਾਇਆ ਜੀਓ। ਤੇਰੇ ਭਗਤ ਤੇਰੇ ਦਰ ਤੇ ਸ਼ੋਭਦੇ ਨੇ, ਸ਼ਬਦ ਦੇ ਰਾਹੀਂ ਉਹਨਾਂ ਦਾ ਜੀਵਨ ਖੂਬਸੂਰਤ ਲੱਗਣ ਲੱਗ ਗਿਆ। ਸ਼ਬਦ ਨੇ ਉਹਨਾਂ ਦੇ ਜੀਵਨ ਨੂੰ ਸਵਾਰ ਦਿੱਤਾ, ਸ਼ਬਦ ਨੇ ਉਹਨਾਂ ਦੇ ਜੀਵਨ ਦੀ ਐਸੀ ਘਾੜਤ ਕੱਢ ਦਿੱਤੀ ਕਿ ਹੁਣ ਖੂਬਸੂਰਤ ਲੱਗਣ ਲੱਗ ਗਏ। ਇਹ ਮਨ ਸੁੰਦਰ ਆਪਣਾ, ਹਰ ਨਾਮ ਮਜਿਠੈ ਰੰਗ ਰੀ, ਤਿਆਗ ਸਿਆਣਪ ਚਾਤੁਰੀ, ਤੂੰ ਜਾਣ ਗੋਪਾਲੇ ਸੰਗਰੀ। ਹੁਣ ਮਨ ਐਡਾ ਸੁੰਦਰ ਖੂਬਸੂਰਤ ਉਹਨਾਂ ਦਾ ਹੋ ਗਿਆ, ਗੁਰੂ ਦੇ ਸ਼ਬਦ ਨੇ ਉਹਨਾਂ ਦੇ ਜੀਵਨ ਦੀ ਸੁੰਦਰ ਘਾੜਤ ਕੱਢ ਦਿੱਤੀ। ਭਗਤ ਉਹ ਸ਼ੋਭਦੇ ਨੇ ਜਿਹੜੇ ਸ਼ਬਦ ਦੇ ਰਾਹੀਂ ਸੁੰਦਰ ਹੋਏ, ਜਿਹੜੇ ਸ਼ਬਦ ਵਿੱਚ ਗੁਰੂ ਗਿਆਨ ਦੇ ਵਿੱਚ ਖੂਬਸੂਰਤ ਹੋ ਗਏ, ਜਿਨ੍ਹਾਂ ਦੇ ਅੰਦਰ ਸ਼ੁਭ ਗੁਣ ਪ੍ਰਗਟ ਹੋ ਗਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਭਗਤ ਫਰੀਦ ਜੀ ਨੇ ਭਗਤ ਦੀ ਵਿਆਖਿਆ ਕੀਤੀ। ਭਗਤ ਦੇ 3 ਗੁਣ ਦੱਸੇ ਉਹਨਾਂ ਨੇ, 3 ਲੱਛਣ ਜਿਹਦੇ ਵਿੱਚ ਨੇ, ਉਹ ਭਗਤ ਹੈ। ਪਹਿਲਾ ਲੱਛਣ, ਭਗਤ ਕੋਲ ਗਿਆਨ ਬਹੁਤ ਹੁੰਦਾ ਹੈ, ਉਹਦੀ ਮਤ ਬੜੀ ਸ੍ਰੇਸ਼ਟ ਹੁੰਦੀ ਹੈ, ਗਿਆਨ ਨਾਲ ਭਰਪੂਰ ਹੁੰਦਾ ਹੈ, ਪਰ ਦੁਨੀਆ 'ਚ ਇਸ ਤਰ੍ਹਾਂ ਵਿਚਰਦਾ ਹੈ ਜਿਵੇਂ ਮੈਨੂੰ ਕੁਝ ਪਤਾ ਹੀ ਨਹੀਂ ਹੈ, ਅਣਜਾਣ ਦੀ ਤਰ੍ਹਾਂ ਵਿਚਰਦਾ ਸੰਸਾਰ ਵਿੱਚ। ਗਿਆਨਵਾਨ ਬਹੁਤ ਹੁੰਦਾ ਹੈ, ਮਤ ਉਹਦੀ ਬਹੁਤ ਹੈ, ਪਰ ਇਸ ਤਰ੍ਹਾਂ ਦੁਨੀਆ 'ਚ ਵਿਚਰਦਾ ਜਿਵੇਂ ਮੈਨੂੰ ਕੁਝ ਪਤਾ ਹੀ ਨਹੀਂ ਹੈ, ਅਣਜਾਣ ਦੀ ਤਰ੍ਹਾਂ। ਅਸਲ ਵਿੱਚ ਜਿਹੜਾ ਕਹਿ ਦੇਵੇ ਨਾ ਮੈਂ ਜਾਣ ਲਿਆ, ਉੱਥੇ ਹੀ ਗਲਤ ਹੋ ਜਾਂਦਾ ਹੈ। ਸਮਝ ਲਿਓ ਉਹਨੇ ਜਾਣਿਆ ਨਹੀਂ ਹੈ। ਸਈ ਅਜਾਣ ਕਹੇ ਮੈਂ ਜਾਣਾ, ਜਾਣਨ ਹਾਰ ਨਾ ਛਾਨਾ ਰੇ। ਉਹ ਅਣਜਾਣ ਨੇ ਜਿਹੜੇ ਆਖਦੇ ਨੇ ਮੈਂ ਜਾਣ ਲਿਆ ਹੈ, ਉਹ ਅਜੇ ਅਣਜਾਣ ਨੇ। ਦਾਦੀ ਦਾਦ ਨਾ ਪਹੁੰਚਣ ਹਾਰਾ, ਚੁੱਪੀ ਨਿਰਨੋ ਪਾਇਆ ਰੇ। ਇੱਥੇ ਚੀਕਾਂ ਮਾਰਨ ਵਾਲਾ, ਉੱਚੀ ਪੁਕਾਰ ਕਰਨ ਵਾਲਾ,
ਉਹ ਮਾਲਕ ਦੇ ਦਰ ਤੇ ਨਹੀਂ ਪਹੁੰਚਦਾ। ਮੈਂ ਜਾਣ ਲਿਆ, ਮੈਨੂੰ ਪਤਾ ਲੱਗ ਗਿਆ। ਇੱਥੇ ਜਿਹੜੇ ਚੁੱਪ ਕਰਕੇ ਮੌਨ ਹੋ ਕੇ ਬੈਠੇ ਨੇ, ਉਹਨਾਂ ਜਾਣ ਲਿਆ, ਉਹਨਾਂ ਪ੍ਰਭੂ ਨੂੰ ਪਛਾਣ ਲਿਆ। ਦੁਨੀਆ ਵਿੱਚ ਦੋ ਹੀ ਵੱਡੇ ਗਵਾਰ ਨੇ। ਇੱਕ ਉਹ ਮਨੁੱਖ ਗਵਾਰ ਹੈ ਜਿਹੜਾ ਮਾਲਕ ਦੇ ਕੋਲੋਂ ਦਾਤਾਂ ਲੈ ਕੇ ਆਪ ਦਾਤਾ ਬਣ ਕੇ ਬਹਿ ਜਾਏ ਕਿ ਮੈਂ ਦੁਨੀਆ ਨੂੰ ਦਾਤਾਂ ਦਿੰਦਾ ਵਾਂ। ਇੱਕ ਉਹ ਗਵਾਰ ਹੈ ਜਿਹੜਾ ਕਵੇ ਕਿ ਮੈਂ ਮਾਲਕ ਨੂੰ ਕੁਛ ਦੇ ਰਿਹਾ, ਗੁਰੂ ਨੂੰ ਕੁਛ ਦੇ ਰਿਹਾ, ਮੈਂ ਰੱਬ ਅੱਗੇ ਕੁਛ ਭੇਟ ਕਰ ਰਿਹਾ। ਕਹਿਣ ਲੱਗੇ ਉਹ ਦਾਤਾ ਨਹੀਂ, ਉਹ ਗਵਾਰ ਹੈ। ਇੱਕ ਤੇ ਉਹ ਗਵਾਰ ਹੈ ਜਿਹੜਾ ਮਾਲਕ ਦੀਆਂ ਦਾਤਾਂ ਲੈ ਕੇ ਅੱਗੋਂ ਦਾਤਾ ਬਣ ਕੇ ਬਹਿ ਜਾਏ। ਤੇ ਦੂਸਰਾ ਗਵਾਰ ਕਿਹੜਾ ਹੈ? ਦੂਜਾ ਗਵਾਰ ਉਹ ਹੈ ਜਿਹੜਾ ਕਦੇ ਵੀ ਹੁਣ ਮੈਂ ਸਾਰਾ ਕੁਝ ਜਾਣ ਲਿਆ, ਮੈਨੂੰ ਰੱਬ ਬਾਰੇ ਪਤਾ ਲੱਗ ਗਿਆ। ਇਹ ਦੋ ਗਵਾਰ ਨੇ। ਇੱਕ ਉਹ ਗਵਾਰ ਹੈ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਣਹਾਰ ਜਾਣੇ ਗਵਾਰ। ਜੇ ਕੋਈ ਦਾਤਾ ਬਣ ਕੇ ਬਹਿ ਜਾਏ, ਮੈਂ ਕਿਸੇ ਗਰੀਬ ਨੂੰ ਕੁਝ ਦੇ ਰਿਹਾ, ਜਿਹੜਾ ਕੋਈ ਦਾਤਾ ਬਣ ਕੇ ਬਹਿ ਜਾਏ, ਕਿਉਂਕਿ ਜਗਤ ਵਿੱਚ ਦਾਤਾ ਇੱਕੋ ਹੀ ਹੈ, ਬਾਕੀ ਤੇ ਸਾਰੇ ਮੰਗਤੇ ਹੀ ਨੇ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਜਿਹੜਾ ਖੁਦ ਦਾਤਾ ਬਣ ਕੇ ਬਹਿ ਜਾਏ, ਮੈਂ ਕਿਸੇ ਨੂੰ ਦੇ ਰਿਹਾ, ਸਮਝ ਲਿਓ ਉਹ ਦੇਣ ਵਾਲਾ ਗਵਾਰ ਹੈ। ਜੇ ਕੋ ਹੋਏ ਬਹਿ ਦਾਤਾਰ ਤਿਸ ਦੇਣਹਾਰ ਜਾਣੇ ਗਵਾਰ, ਉਹ ਗਵਾਰ ਹੈ। ਦੂਸਰਾ ਗਵਾਰ ਕੌਣ ਹੈ? ਦੂਜਾ ਗਵਾਰ ਉਹ ਹੈ ਜਿਹੜਾ ਕਵੇ ਕਿ ਮੈਂ ਹੁਣ ਰੱਬ ਨੂੰ ਜਾਣ ਲਿਆ, ਮੈਂ ਹੁਣ ਰੱਬ ਦਾ ਅੰਤ ਪਾ ਲਿਆ। ਇੱਕ ਉਹ ਵੀ ਗਵਾਰ ਹੈ। ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਵਾਰਾਂ ਗਵਾਰ, ਉਹ ਗਵਾਰਾਂ ਸਿਰ ਗਵਾਰ, ਮੂਰਖਾਂ ਸਿਰ ਮੂਰਖ ਹੈ ਜਿਹੜਾ ਕਹਿ ਦੇਵੇ ਮੈਂ ਸਾਰਾ ਕੁਝ ਜਾਣ ਲਿਆ ਹੈ, ਉਹ ਵੀ ਮੂਰਖ ਹੈ। ਇਸ ਕਰਕੇ ਭਗਤ ਦੀ ਪਹਿਲੀ ਨਿਸ਼ਾਨੀ ਉਹ ਆਖਦੇ ਮੈਂ ਕੁਝ ਜਾਣਦਾ ਹੀ ਨਹੀਂ। ਬੜਾ ਵੱਡਾ ਧਰਮੀ ਫਕੀਰ ਹੋਇਆ ਸੁਕਰਾਤ, ਉਹਨੇ ਮਰਨ ਲੱਗੇ ਇੱਕ ਗੱਲ ਕਹੀ ਸੀ, ਇਸ ਦੁਨੀਆ ਵਿੱਚ ਸਭ ਤੋਂ ਸਿਆਣਾ ਮੈਂ ਹਾਂ, ਇਸ ਜਗਤ ਵਿੱਚ ਸਭ ਤੋਂ ਬੁੱਧੀਮਾਨ ਪੁਰਸ਼ ਮੈਂ ਹਾਂ। ਲੋਕਾਂ ਨੇ ਕਿਹਾ ਬੜਾ ਹੰਕਾਰੀ ਹੋ ਗਿਆ। ਤੇ ਪੁੱਛਿਆ ਕਿਵੇਂ ਸਿਆਣਾ ਹੈ? ਉਹ ਆਖਦਾ ਮੈਂ ਇਸ ਕਰਕੇ ਸਿਆਣਾ, ਮੈਨੂੰ ਸਮਝ ਲੱਗ ਗਈ ਕਿ ਮੈਂ ਕੁਝ ਵੀ ਨਹੀਂ ਜਾਣਦਾ। ਮੈਨੂੰ ਇਸ ਗੱਲ ਦਾ ਪਤਾ ਚੱਲ ਗਿਆ ਕਿ ਮੈਂ ਕੁਝ ਵੀ ਜਾਣਦਾ ਨਹੀਂ ਆ, ਮੈਨੂੰ ਪਤਾ ਹੀ ਕੁਝ ਨਹੀਂ। ਕਿੰਨਾ ਕੁ ਜਾਣਿਆ ਜਾਏਗਾ? ਦੋ ਚੀਜ਼ਾਂ ਬਾਰੇ ਅੰਤ ਨਹੀਂ ਪੈ ਸਕਦਾ। ਦੋ ਚੀਜ਼ਾਂ ਬਾਰੇ ਕੇਵਲ ਇੱਕ ਹੀ ਜਾਣਦਾ ਹੈ, ਹੋਰ ਕੋਈ ਨਹੀਂ। ਦੋ ਚੀਜ਼ਾਂ ਕਿਹੜੀਆਂ ਨੇ? ਇੱਕ ਤੇ ਰੱਬ ਦੀ ਸ੍ਰਿਸ਼ਟੀ ਕਾਇਨਾਤ, ਇਹਦਾ ਅੰਤ ਕੋਈ ਨਹੀਂ ਪਾ ਸਕਦਾ। ਵੇਦਾਂ ਨੇ ਕਹਿ ਦਿੱਤਾ ਕਿ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਨੇ। ਕਿਤਾਬਾਂ ਨੇ ਕਹਿ ਦਿੱਤਾ 18,000 ਦੁਨੀਆ ਨੇ। ਉਹਨਾਂ ਨੇ ਆਪੋ ਆਪਣੇ ਮਤ ਦੇ ਦਿੱਤੇ, ਗਿਣਤੀ ਕਰ ਦਿੱਤੀ ਸੰਸਾਰ ਦੀ। ਪਾਤਾਲਾਂ ਪਾਤਾਲ ਲੱਖ ਆਗਾਸ਼ਾਂ ਆਗਾਸ਼, ਓੜਕ ਓੜਕ ਭਾਲ ਥਕੇ ਵੇਦ ਕਹਿਣ ਇੱਕ ਬਾਤ। ਹੁਣ ਇਹ ਗੱਲ ਗੁਰੂ ਨਾਨਕ ਸਾਹਿਬ ਨਹੀਂ ਮਤ ਆਪਣਾ ਦੇ ਰਹੇ, ਇਹ ਵੇਦਾਂ ਦਾ ਸਿਧਾਂਤ ਦੇ ਰਹੇ ਨੇ ਵੀ ਵੇਦ ਇਹ ਗੱਲ ਕਹਿ ਰਹੇ ਨੇ ਕਿ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਨੇ। ਅਸੀਂ ਲੱਭ ਲੱਭ ਕੇ ਥੱਕ ਗਏ ਹਾਂ, ਲੱਖਾਂ ਹੀ ਆਕਾਸ਼ ਤੇ ਲੱਖਾਂ ਹੀ ਪਤਾਲ ਨੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਇਹ ਸਿਧਾਂਤ ਨਹੀਂ ਹੈ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਤੇ ਪਿਛਲੀਆਂ ਪੌੜੀਆਂ 'ਚ ਕਹਿ ਕੇ ਗਏ ਨੇ ਅਸੰਖ ਨਾਮ ਅਸੰਖ ਥਾਮ ਅਗੰਮ ਅਗੰਮ ਅਸੰਖ ਲੋ। ਅਸੰਖਾਂ ਹੀ ਦੁਨੀਆ ਨੇ, ਅਸੰਖਾਂ ਹੀ ਸੰਸਾਰ, ਅਸੰਖਾਂ ਹੀ ਧਰਤੀ ਆਕਾਸ਼ ਖੰਡ ਬ੍ਰਹਿਮੰਡ ਮੰਡਲ ਨੇ, ਅਸੰਖਾਂ ਹੀ ਗ੍ਰਹਿ ਨਖੱਤਰ ਨੇ, ਗਿਣਤੀ ਨਹੀਂ। ਪਿੱਛੇ ਗੁਰੂ ਨਾਨਕ ਸਾਹਿਬ ਅਸੰਖ ਕਹਿ ਕੇ ਗਏ ਨੇ, ਅੱਗੇ ਜਾ ਕੇ ਲੱਖ ਤੇ ਕਿਵੇਂ ਆ ਜਾਣਗੇ? ਹਾਂ, ਵੇਦ ਕਹਿ ਰਹੇ ਨੇ ਪਾਤਾਲਾਂ ਪਾਤਾਲ ਲੱਖ ਆਗਾਸ਼ਾਂ ਆਗਾਸ਼, ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਬਾਤ। ਵੇਦ ਇੱਕ ਗੱਲ ਕਹਿ ਰਹੇ ਨੇ। ਕਿਤਾਬਾਂ ਕੀ ਕਹਿੰਦੀਆਂ ਨੇ? ਸਹਿਸ 18 ਕਹਿਣ ਕਿਤਾਬਾਂ। ਕਿਤਾਬਾਂ ਆਖਦੀਆਂ ਨੇ 18,000 ਦੁਨੀਆ ਨੇ, ਅਸਲੂ ਇੱਕ ਧਾਤ, ਮੁੱਢ ਉਹਨਾਂ ਦਾ ਰੱਬ ਹੈ। ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛੋ ਤੁਸੀਂ ਕੀ ਕਹਿੰਦੇ ਹੋ ਸਤਿਗੁਰੂ, ਲੱਖਾਂ ਆਕਾਸ਼ ਪਤਾਲ ਨੇ ਕਿ 18,000 ਦੁਨੀਆ ਨੇ? ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਜਦੋਂ ਮੈਂ ਰੱਬ ਦੀ ਸ੍ਰਿਸ਼ਟੀ ਦਾ ਅੰਤ ਪਾਉਣ ਲੱਗਦਾ, ਲਿਖਣ ਲੱਗਦਾ, ਹਿਸਾਬ ਮੁੱਕ ਜਾਂਦਾ ਹੈ, ਹਿੰਦਸੇ ਖਤਮ ਹੋ ਜਾਂਦੇ ਨੇ, ਡਿਜਿਟ ਨਹੀਂ ਰਹਿੰਦੇ, ਅੱਖਰ ਹੀ ਮੁੱਕ ਜਾਂਦੇ ਨੇ, ਅੰਕੜੇ ਹੀ ਖਤਮ ਹੋ ਜਾਂਦੇ ਨੇ। ਲੇਖਾ ਹੋਏ ਤਾਂ ਲਿਖੀਏ, ਜੇ ਹਿਸਾਬ ਕਿਤਾਬ 'ਚ ਪੂਰਾ ਆਵੇ ਤੇ ਲਿਖਿਆ ਜਾਏ, ਲਿਖਿਆ ਹੋਈ ਵਿਨਾਸ਼, ਹਿਸਾਬ ਹੀ ਨਾਸ਼ ਹੋ ਜਾਂਦਾ ਹੈ, ਅੱਖਰ ਹੀ ਮੁੱਕ ਜਾਂਦੇ ਨੇ, ਲਿਖਿਆ ਹੀ ਨਹੀਂ ਜਾ ਸਕਦਾ।
ਆਹ ਹੈ ਗੁਰੂ ਨਾਨਕ ਸਾਹਿਬ ਦਾ ਮਤ। ਪੁੱਛਿਆ ਫਿਰ ਕੌਣ ਜਾਣਦਾ ਆਪਣੀ ਸ੍ਰਿਸ਼ਟੀ ਬਾਰੇ? ਕਹਿਣ ਲੱਗੇ ਇੱਕੋ ਹੀ ਜਾਣਦਾ ਜਿਹਨੇ ਬਣਾਈ ਹੈ, ਉਹਨੂੰ ਪਤਾ ਹੈ ਬਸ। ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ਼, ਨਾਨਕ ਵੱਡਾ ਆਖੀਐ, ਆਪੇ ਜਾਣੇ ਆਪ। ਸਿਰਫ ਆਪ ਹੀ ਉਹ ਜਾਣਦਾ ਹੈ ਕਿੰਨੀ ਕਾਇਨਾਤ, ਕਿੰਨੀ ਸ੍ਰਿਸ਼ਟੀ, ਹੋਰ ਕੋਈ ਨਹੀਂ ਜਾਣਦਾ। ਇੱਕ ਤੇ ਰੱਬ ਦੀ ਕੁਦਰਤ ਦਾ ਅੰਤ ਨਹੀਂ, ਦੂਸਰਾ ਕਾਦਰ ਦਾ ਵੀ ਅੰਤ ਨਹੀਂ ਹੈ। ਕਾਦਰ ਕਿੰਨਾ ਕੁ ਬੇਅੰਤ ਹੈ ਉਹ ਵੀ ਇੱਕੋ ਹੀ ਜਾਣਦਾ ਹੈ। ਉਹ ਕੌਣ ਹੈ? ਵੱਡਾ ਸਾਹਿਬ, ऊंचा थाओ, ऊंचे ऊपर ऊंचा नाओ, एवड ऊंचा होवे कोई, तिस ऊंचे को जाने सोए। पूछे किन्ना को बड़े हो आप? कहने लगे कोई जानदा है, जेवड आप जाने आप। जिन्ना वड्डा वो आप है अपने बारे सिर्फ आप जानदा है, दूसरा जानदा ही नहीं। जेवड आप जाने आप नानक नदनी करमी दात। रब दे भगत रब च समा जाते ने, रब दा अंत नहीं पा सकते। दरिया समुंदर च समा के सागर हो जाते ने, सागर दा अंत नहीं पा सकते। साला ही साला एती सुरत ना पाइया, नदियां अतै वाह पवै समुंद ना जानिए। नदियां नाले समुंदर च ते चले जाते ने, सागर दा रूप ते हो जाते ने, पर सागर दा अंत नहीं पा सकते। वो बेअंत है। जिन्हें इस गल नूं जान लिया कि मैं जानदा ही नहीं हाँ, उहदी मत बड़ी विशाल हो गई, उहदी पहुंच बड़ी दूर हो गई। वो सारा कुछ जानदियां होइयां भी हुण कहन लग पिया नहीं नहीं मैं कुछ भी नहीं जानदा। ये पहली निशानी है भगत दी। मत होंदी होए इयाणा। मत बहुत है, अजान बन के रहिंदा है, पता ही नहीं कुछ। दुनिया में इस तरह विचरदा है जिवें बड़ा भोला होवे, जिवें इहनूं पता ही कुछ ना होवे संसार दा। दूसरा गुण ओहदा, भगत कोल ताकत बड़ी हुंदी है, ताकत नाल भरिया हुंदा है, पर इस तरह संसार विच विचरदा है जिवें मेरे कोल ताकत ही कोई नहीं, मेरी कीमत ही कोई नहीं, मेरा ताण ही कोई नहीं, मेरी समर्था ही नहीं है, मैं ते बहुत घट समर्था वाला वां। ताकतां दा मालक हुंदियां होइयां भी ये ज़ाहर करदा है मेरे कोल कोई ताकत नहीं मालका, मैं ते गरीबड़ा जिहा वां, मैं किहड़ी ताकत वाला वां। वो इस तरह लोग जदों वस्त्र पहन के बाहर निकलदे ने ना, बनैन फटी पुरानी होवे, फटी होवे, अंदर दी पा लैंदे ने, किहड़ा दुनिया ने देखना है। हाँ बाहरों रेशमी कपड़े पांदे ने, दुनिया देख लवे मैं इन्ने सोहणे कपड़े पाए ने, अंदर किन्ने देखे है? अंदर कई बार फटे कपड़े भी चल जाते हैं, पर बाहर रेशमी कपड़े, बाहर सुंदर कपड़े, दुनिया देखे मैं सोहने कपड़े पाए ने, दिखावे है ना। भगत है बिल्कुल उल्टा है, बाहरों ने भावें फटे पुराने कपड़े पाए होण, अंदर वो रेशम सांभी बैठा हुंदा है। उहदे हिरदे विच रेशम है, बाहर उहदे गुद्दड़ है। जिन पट अंदर बाहर गुद्दड़, अंदर रेशम है बाहर गुद्दड़ी है, बाहर उन्हें फटे पुराने कपड़े पाए ने। जिन पट अंदर बाहर गुद्दड़ ते भले संसार, वो संसार विच भले ने चंगे ने, तिन्ने लगा रब सिद्धि देखने विचार। वो भले ने, वो चंगे ने, जिन्हां कोल ताकत ते बहुत है पर जणांदे नहीं है, गरीब निताने की तरह अपनी जिंदगी नूं बसर करते हैं। कोई नौजवान हट्टा कट्टा फकीर लुटेरिया ने फड़ लिया, ठगा ने फड़ लिया, कहने लगी आ तेनू बेच के आइए 4 पैसे मिलणगे सानू। फकीर नूं फड़ के मंडी च बेचण लै तुरे। पुराने जमाने दे विच लोग मंडियां च विकदे हुंदे सन। उन्हां ठगां ने की कीता, उन्हां आदमियां ने इस फकीर नूं फड़िया कि चंगा तगड़ा नौजवान ने, हट्टा कट्टे, कीमत वधिया मिल जाएगी। और जदों लैके तुरे, फकीर आखदे कित्थे लैके चले हो? कहने लगा तेनू बेचन चले आ। फकीर खुश हो गया, हस पिया, कहने लगे ते बहुत चंगी गल है, चलो इसे बहाने मेरी कीमत पता लग जाए भी किन्नी कू है। वो ठग बड़े हैरान होए भी ते अपने आप ही नाल चल पिया। कहने लगा चलो इसे बहाने कीमत पता लग जाएगी, तुहानू पता नहीं, तुहानू बहुत फायदा होना है, मेरी कीमत बहुत ज्यादा है, मैनू बिल्कुल मेरी सही कीमत का पता है, मेरी कीमत कितनी है। एवें ना बेच दिओ,
ਮੈਨੂੰ ਪੁੱਛ ਲਿਓ ਪਹਿਲਾਂ ਵੇਚਣ ਤੋਂ ਪਹਿਲਾਂ, ਐਵੇਂ ਕਿਤੇ ਘਾਟੇ ਦਾ ਸੌਦਾ ਨਾ ਹੋ ਜਾਏ। ਉਹ ਠੱਗ ਬੜੇ ਹੈਰਾਨ ਹੋਏ, ਆਪਣੇ ਆਪ ਹੀ ਫਕੀਰ ਕਹੀ ਜਾਂਦਾ। ਫਕੀਰ ਨੂੰ ਲੈ ਕੇ ਮੰਡੀ 'ਚ ਤੁਰੇ, ਕੋਈ ਆਦਮੀ ਮਿਲਿਆ, ਆਖਦੇ ਇਸ ਗੁਲਾਮ ਦਾ ਮੈਂ 10,000 ਰੁਪਇਆ ਦੇਣ ਨੂੰ ਤਿਆਰ ਹਾਂ। ਠੱਗਾਂ ਨੇ ਸੋਚਿਆ ਵੀ ਇਦੋਂ ਸਸਤਾ ਸੌਦਾ ਕੀ ਹੋ ਸਕਦਾ, ਮਹਿੰਗਾ ਸੌਦਾ ਕੀ ਹੋ ਸਕਦਾ, 10,000 ਰੁਪਏ ਮਿਲ ਰਹੇ ਨੇ, ਹੋਰ ਕੀ ਚਾਹੀਦਾ। ਉਹ ਵੇਚਣ ਲੱਗੇ, ਫਕੀਰ ਆਖਦਾ ਰੁਕੋ, ਇਹ ਮੇਰੀ ਸਹੀ ਕੀਮਤ ਨਹੀਂ ਹੈ, ਐਵੇਂ ਧੋਖਾ ਖਾ ਰਹੇ ਹੋ ਤੁਸੀਂ, ਠੱਗੇ ਜਾਓਗੇ। ਉਹ ਠੱਗ ਬੜੇ ਹੈਰਾਨ ਹੋਏ, ਕਹਿਣ ਲੱਗੇ ਸਹੀ ਕੀਮਤ ਨਹੀਂ, ਕਹਿਣ ਲੱਗਾ ਨਹੀਂ ਇਹ ਮੇਰੀ ਸਹੀ ਕੀਮਤ ਨਹੀਂ, ਜਦੋਂ ਬਿਲਕੁਲ ਸਹੀ ਕੀਮਤ ਆਏਗੀ ਮੈਂ ਦੱਸ ਦਿਆਂਗਾ ਕਿ ਹੁਣ ਵੇਚ ਦਿਓ, ਮੈਨੂੰ ਮੇਰੀ ਕੀਮਤ ਦਾ ਪਤਾ ਹੈ। ਥੋੜਾ ਹੋਰ ਅੱਗੇ ਤੁਰੇ, ਇੱਕ ਆਦਮੀ ਮਿਲਿਆ, ਕਹਿਣ ਲੱਗਾ ਮੈਂ ਇਸ ਗੁਲਾਮ ਦੇ 20,000 ਰੁਪਏ ਦੇਣ ਨੂੰ ਤਿਆਰ ਹਾਂ। ਠੱਗਾਂ ਨੇ ਸੋਚਿਆ ਗੱਲ ਤੇ ਠੀਕ ਕਹਿ ਰਿਹਾ ਸੀ ਫਕੀਰ, ਆਇਆ ਸਹੀ ਕੀਮਤ। ਵੇਚਣ ਲੱਗੇ, ਫਕੀਰ ਨੇ ਫਿਰ ਰੋਕ ਦਿੱਤਾ, ਕਹਿਣ ਲੱਗਾ ਨਹੀਂ ਇਹ ਸਹੀ ਕੀਮਤ ਨਹੀਂ, 20,000 ਮੇਰੀ ਕੀਮਤ ਨਹੀਂ ਹੈ, ਹੋਰ ਅੱਗੇ ਚਲੋ। ਹੋਰ ਅੱਗੇ ਤੁਰੇ, ਕਿਸੇ ਨੇ ਕਹਿ ਦਿੱਤਾ ਸੇਠ ਨੇ ਕਿ ਮੈਂ ਇਸ ਗੁਲਾਮ ਦੇ 50,000 ਰੁਪਏ ਦੇਣ ਨੂੰ ਤਿਆਰ ਹਾਂ। ਠੱਗ ਤੇ ਬੜੇ ਖੁਸ਼ ਹੋਏ, ਫਕੀਰ ਠੀਕ ਹੀ ਕਹਿ ਰਿਹਾ ਸੀ, ਆਇਆ ਇਹਦੀ ਸਹੀ ਕੀਮਤ। ਉਹ ਫਕੀਰ ਫਿਰ ਇੱਕਦਮ ਬੋਲ ਪਿਆ, ਕਹਿਣ ਲੱਗੇ ਧੋਖਾ ਨਾ ਖਾ ਜਾਇਓ, ਮੇਰੀ ਇਹ ਕੀਮਤ ਸਹੀ ਨਹੀਂ ਲਾਈ ਇਹਨੇ, ਇਹਨੂੰ ਪਤਾ ਹੀ ਨਹੀਂ ਮੇਰੀ ਕੀਮਤ ਦਾ, ਹੋਰ ਅੱਗੇ ਚਲੋ। ਇੱਕ ਹੋਰ ਅਮੀਰ ਸੇਠ ਮਿਲਿਆ, ਉਹਨੇ ਕੀਮਤ ਲਾਈ ਲੱਖ ਰੁਪਇਆ। ਠੱਗ ਤੇ ਬੜੇ ਖੁਸ਼ ਹੋਏ, ਫਕੀਰ ਆਖਦਾ ਨਹੀਂ ਇਹਨੂੰ ਵੀ ਮੇਰੀ ਸਹੀ ਕੀਮਤ ਦਾ ਨਹੀਂ ਪਤਾ, ਹੋਰ ਅੱਗੇ ਚਲੋ। ਹੋਰ ਅੱਗੇ ਤੁਰੇ, ਇੱਕ ਗਰੀਬੜਾ ਜਿਹਾ ਆਦਮੀ, ਫਟੇ ਪੁਰਾਣੇ ਕੱਪੜੇ, ਸਿਰ ਤੇ ਘਾਹ ਦੀ ਪੰਡ ਚੁੱਕੀ ਤੁਰਿਆ ਆ ਰਿਹਾ। ਉਹਨਾਂ ਠੱਗਾਂ ਨੂੰ ਆਖਦਾ ਇਹ ਗੁਲਾਮ ਵੇਚਣਾ, ਕਿਉਂਕਿ ਮੇਰਾ ਕੰਮ ਘਾਹ ਖੋਤਰਨ, ਘਾਹ ਬਹੁਤ ਜ਼ਿਆਦਾ ਹੁੰਦਾ, ਕੱਲਾ ਥੱਕ ਜਾਣਾ ਵਾ। ਠੱਗ ਆਖਦੇ ਨੇ ਕੀ ਕੀਮਤ ਦੇਗਾ? ਉਹ ਗਰੀਬੜਾ ਜਿਹਾ ਆਦਮੀ ਆਖਦਾ ਬਸ ਆ ਮੇਰੇ ਕੋਲ ਘਾਹ ਦੀ ਪੰਡ ਹੈ, ਇਹ ਲੈ ਕੇ ਗੁਲਾਮ ਵੇਚ ਦਿਓ ਮੈਨੂੰ। ਫਕੀਰ ਉਸੇ ਵਕਤ ਬੋਲਿਆ ਬਿਲਕੁਲ ਸਹੀ ਕੀਮਤ, ਬਸ ਆ ਮੇਰੀ ਕੀਮਤ ਹੈ ਘਾਹ ਦੀ ਪੰਡ, ਇਦੋਂ ਜ਼ਿਆਦਾ ਮੇਰੀ ਕੀਮਤ ਨਹੀਂ ਹੈ, ਇੰਨੀ ਕੁ ਮੇਰੀ ਕੀਮਤ ਹੈ, ਸਿਰਫ ਘਾਹ ਦੀ ਪੰਡ। ਤਾਕਤ ਬਹੁਤ ਹੈ, ਸਮਰੱਥਾ ਬਹੁਤ ਹੈ, ਪਰ ਭਗਤ ਇਸ ਤਰ੍ਹਾਂ ਵਿਚਰਦਾ ਜਿਵੇਂ ਤਾਕਤ ਹੈ ਹੀ ਨਹੀਂ, ਸਮਰੱਥਾ ਹੈ ਹੀ ਨਹੀਂ, ਤਾਣ ਹੈ ਹੀ ਨਹੀਂ, ਮੇਰੀ ਕੀਮਤ ਕੀ, ਕੁਛ ਵੀ ਨਹੀਂ ਮਾਲਕਾ। ਮੈਂ ਆਪਣੇ ਬਾਰੇ ਦੇਖਾਂ ਤੇ ਮਿੱਟੀ ਨੂੰ ਕੋਈ ਲੱਖ ਧੋਈ ਜਾਵੇ, ਕਦੀ ਉਹ ਵੀ ਸਾਫ਼ ਹੁੰਦੀ ਹੈ, ਮੈਂ ਤੇ ਉਹ ਹਾਂ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਆ ਮੇਰੀ ਹਾਲਤ ਹੈ, ਮਿੱਟੀ ਵੀ ਕਦੀ ਧੋਤੀ ਜਾ ਸਕਦੀ ਹੈ, ਆ ਮੇਰੀ ਅਵਸਥਾ, ਆ ਮੇਰੀ ਹਾਲਤ ਹੈ। ਭਗਤ ਦੀ ਦੂਸਰੀ ਨਿਸ਼ਾਨੀ, ਉਹਦੇ ਕੋਲ ਤਾਕਤ ਤੇ ਬਹੁਤ ਹੈ, ਪਰ ਨਿਤਾਣਾ ਬਣ ਕੇ ਵਿਚਰਦਾ ਹੈ। ਮਤ ਹੁੰਦੀ ਹੋਏ ਇਆਣਾ, ਤਾਣ ਹੁੰਦਾ ਹੋਏ ਨਿਤਾਣਾ, ਤਾਕਤ ਬਹੁਤ ਹੈ ਪਰ ਨਿਤਾਣਾ ਬਣ ਕੇ ਵਿਚਰਦਾ ਹੈ। ਤੇ ਤੀਸਰੀ ਉਹਦੀ ਅਵਸਥਾ, ਅਣਹੋਂਦੇ ਆਪ ਵਡਾਏ, ਅਣਹੋਂਦੇ ਆਪ ਵਡਾਏ। ਜੇ ਕੋਲ ਕੁਛ ਹੋਵੇ ਹੀ ਨਾ, ਕਿਵੇਂ ਵਡਾਏਗਾ? ਹੈ ਹੀ ਕੁਛ ਨਹੀਂ, ਫਿਰ ਕਿਵੇਂ ਵਡਾਏਗਾ? ਸਿੱਖ ਧਰਮ ਦੇ ਵਿੱਚ ਇੱਕ ਸਿਧਾਂਤ ਹੈ, ਵੰਡ ਕੇ ਛਕਣਾ। ਸਿੱਖ ਲਈ ਹਦਾਇਤ ਹੈ, ਉਹਨੇ ਵੰਡ ਕੇ ਛਕਣਾ ਹੈ, ਪਰ ਭਗਤ ਦੀ ਨਿਸ਼ਾਨੀ ਹੈ ਅਣਹੋਂਦੇ ਆਪ ਵੰਡਾਏ। ਇਹ ਦੋਨਾਂ 'ਚ ਫਰਕ ਹੈ। ਵੰਡ ਕੇ ਛਕਣਾ ਇੱਕ ਅਲੱਗ ਗੱਲ ਹੈ, ਅਣਹੋਂਦੇ ਆਪ ਵੰਡਾਏ ਇੱਕ ਦੂਸਰੀ ਗੱਲ ਹੈ। ਵੰਡ ਛਕਣਾ ਕੀ ਹੈ? ਮੰਨ ਲਓ ਮੈਨੂੰ 4 ਪ੍ਰਸ਼ਾਦਿਆਂ ਦੀ ਭੁੱਖ ਹੈ, ਮੇਰੇ ਕੋਲ 8 ਪ੍ਰਸ਼ਾਦੇ ਨੇ, 4 ਪ੍ਰਸ਼ਾਦੇ ਮੈਂ ਛਕ ਲਏ, 4 ਬਾਕੀ ਰਹਿ ਗਏ, ਚਲੋ ਸੁੱਟਣੇ ਹੀ ਸੀ, ਕਿਸੇ ਗਰੀਬ ਨੂੰ ਦੇ ਦਿਆਂ, ਕਿਸੇ ਲੋੜਵੰਦ ਭੁੱਖੇ ਨੂੰ ਦੇ ਦਿਆਂ, ਇਹਨੂੰ ਕਹਿੰਦੇ ਨੇ ਵੰਡ ਕੇ ਛਕਣਾ। ਦੇ ਦੇਣੇ ਚਾਹੀਦੇ ਨੇ। ਘਰੇ ਕੋਈ ਚੀਜ਼ ਪਈ ਹੈ, ਕੇਵਲ ਪ੍ਰਸ਼ਾਦੇ ਹੀ ਨਹੀਂ, ਕੋਈ ਵੀ ਚੀਜ਼ ਪਈ ਹੈ ਤੁਹਾਡੇ ਕੰਮ ਨਹੀਂ ਆਉਂਦੀ, ਕਿਸੇ ਲੋੜਵੰਦ ਨੂੰ ਦੇ ਦਿਓ, ਇਹ ਹੈ ਵੰਡ ਛਕਣਾ। ਕਈ ਸਾਲਾਂ ਦੇ ਘਰੇ ਕੱਪੜਿਆਂ ਦੇ ਢੇਰ ਲੱਗੇ ਹੁੰਦੇ ਨੇ, ਪੇਟੀਆਂ ਭਰੀਆਂ ਹੁੰਦੀਆਂ ਨੇ, ਟਰੰਕ ਭਰੇ ਹੁੰਦੇ ਨੇ, ਕਦੀ ਵਰਤੇ ਹੀ ਨਹੀਂ ਹੁੰਦੇ ਕੱਪੜੇ, ਉਹ ਕਿਸੇ ਨੂੰ ਦੇ ਹੀ ਦੇਣੇ ਚਾਹੀਦੇ ਨੇ, ਕਿਸੇ ਲੋੜਵੰਦ ਦੇ ਕੰਮ ਆ ਜਾਂਦੇ ਨੇ, ਇਹਨੂੰ ਆਖਦੇ ਨੇ ਵੰਡ ਛਕਣਾ। ਘਰੇ ਇਹੋ ਜਿਹਾ ਸਮਾਨ ਸਟੋਰ ਵਿੱਚ ਪਿਆ ਹੁੰਦਾ ਜਿਹੜਾ ਕਈ ਸਾਲਾਂ ਤੋਂ ਦੇਖਿਆ ਹੀ ਨਹੀਂ ਹੁੰਦਾ, ਵਰਤਿਆ ਹੀ ਨਹੀਂ ਹੁੰਦਾ, ਪਿਆ ਹੋਇਆ, ਬਸ ਉਹ ਦੇ ਦੇਣਾ ਚਾਹੀਦਾ ਹੈ, ਇਹਨੂੰ ਆਖਦੇ ਨੇ ਵੰਡ ਛਕਣਾ। ਕੋਈ ਚੀਜ਼ ਤੁਹਾਡੇ ਕੋਲ ਪਈ ਹੈ, ਤੁਹਾਡੇ ਕੰਮ ਨਹੀਂ ਆ ਰਹੀ, ਕਿਸੇ ਗਰੀਬ ਲੋੜਵੰਦ ਨੂੰ ਦੇ ਦਿਓ, ਸਿੱਖ ਵੰਡ ਕੇ ਛਕੇ, ਇਹ ਵੰਡ ਛਕਣਾ। ਇੱਕ ਹੁੰਦਾ ਵੰਡ ਛਕਣਾ,
ਮੈਨੂੰ 4 ਪ੍ਰਸ਼ਾਦਿਆਂ ਦੀ ਭੁੱਖ ਹੈ, 8 ਪ੍ਰਸ਼ਾਦੇ ਮੇਰੇ ਕੋਲ ਨੇ, 4 ਮੈਂ ਛਕ ਲਏ, 4 ਬਚ ਗਏ, ਸੁੱਟਣੇ ਹੀ ਸੀ, ਚਲੋ ਕਿਸੇ ਗਰੀਬ ਨੂੰ ਦੇ ਦਿੰਨੇ ਆ, ਕਿਸੇ ਭੁੱਖੇ ਨੂੰ ਦੇ ਦਿੱਤੇ, ਉਹਨੇ ਛਕ ਲਏ, ਉਹਦੀ ਭੁੱਖ ਦੂਰ ਹੋ ਗਈ। ਇਹਨੂੰ ਕਹਿੰਦੇ ਨੇ ਵੰਡ ਛਕਣਾ। ਅਣਹੋਂਦੇ ਆਪ ਵੰਡਾਏ ਦਾ ਮਤਲਬ ਕੀ ਹੈ? ਅਣਹੋਂਦੇ ਆਪ ਵੰਡਾਏ ਦਾ ਅਰਥ ਇਹ ਹੈ, ਮੈਨੂੰ 4 ਪ੍ਰਸ਼ਾਦਿਆਂ ਦੀ ਭੁੱਖ ਹੈ ਪਰ ਮੇਰੇ ਕੋਲ 2 ਹੀ ਪ੍ਰਸ਼ਾਦੇ ਨੇ। ਹੁਣ 2 ਦੀ ਅਣਹੋਂਦ ਹੈ ਨਾ, ਅਣਹੋਂਦ ਦਾ ਅਰਥ ਹੁੰਦਾ ਕਮੀ। 2 ਘੱਟ ਨੇ, 2 ਦੀ ਅਣਹੋਂਦ ਹੈ, 2 ਦੀ ਕਮੀ ਹੈ। 4 ਪ੍ਰਸ਼ਾਦਿਆਂ ਦੀ ਭੁੱਖ ਹੈ, ਮੇਰੇ ਕੋਲ 2 ਪ੍ਰਸ਼ਾਦੇ ਨੇ, 2 ਦੀ ਅਣਹੋਂਦ ਹੈ। ਇੰਨੇ ਨੂੰ ਕੋਈ ਭੁੱਖਾ, ਕੋਈ ਲੋੜਵੰਦ ਸਾਹਮਣੇ ਆ ਜਾਂਦਾ ਹੈ ਤੇ ਮੈਂ ਕੀ ਕਰਾਂ? 1 ਪ੍ਰਸ਼ਾਦਾ ਮੈਂ ਛਕ ਲਵਾਂ, 1 ਉਹਨੂੰ ਛਕਾ ਦਿਆਂ। ਜਿਹੜਾ ਕੋਈ ਅਣਹੋਂਦ ਵਿੱਚ, ਕਮੀ ਦੇ ਵਿੱਚ ਵੀ ਕਿਸੇ ਨਾਲ ਵੰਡ ਸਕਦਾ ਹੈ ਨਾ, ਕਮੀ ਦੇ ਵਿੱਚ ਵੀ ਕਿਸੇ ਨੂੰ ਵੰਡ ਸਕਦਾ ਹੈ, ਉਹ ਭਗਤ ਹੀ ਹੋ ਸਕਦਾ ਹੈ। ਕੋਲ ਕੁਛ ਵੀ ਨਹੀਂ ਫਿਰ ਵੀ ਦੇ ਰਿਹਾ ਹੋ। ਅਣਹੋਂਦੇ ਆਪ ਵੰਡਾਏ, ਅਣਹੋਂਦ ਵਿੱਚ ਵੀ, ਕਮੀ ਵਿੱਚ ਵੀ, ਕਿ ਪ੍ਰਸ਼ਾਦਿਆਂ ਦੀ ਮੈਨੂੰ 4 ਦੀ ਭੁੱਖ ਹੈ, ਮੇਰੇ ਕੋਲ 2 ਨੇ, 2 ਦੀ ਅਣਹੋਂਦ ਹੈ, 2 ਪ੍ਰਸ਼ਾਦੇ ਘੱਟ ਨੇ, ਫਿਰ ਵੀ ਕੋਈ ਗਰੀਬ ਲੋੜਵੰਦ ਭੁੱਖਾ ਆ ਜਾਂਦਾ ਹੈ, 1 ਉਹਨੂੰ ਛਕਾ ਦਿੱਤਾ, 1 ਆਪ ਛਕ ਲਿਆ। ਇਹਨੂੰ ਕਹਿੰਦੇ ਨੇ ਅਣਹੋਂਦੇ ਆਪ ਵੰਡਾਏ। ਕਮੀ ਦੇ ਵਿੱਚ ਵੀ ਜਿਹੜਾ ਆਪਾ ਹੀ ਵੰਡਾ ਜਾਂਦਾ ਜਗਤ ਦੇ ਵਿੱਚ, ਉਹ ਐਸਾ ਭਗਤ ਸਦਾਏ। ਭਗਤ ਹੀ ਉਹ ਹੈ ਜਿਹੜਾ ਕੋਲ ਕਮੀ ਹੋਵੇ ਤਾਂ ਵੀ ਵੰਡ ਕੇ ਛਕਦਾ ਹੋਵੇ, ਤਾਂ ਵੀ ਉਹਦੀ ਮਦਦ ਕਰਦਾ ਹੋਵੇ। ਸੱਚਮੁੱਚ ਭਗਤ ਬਣਨਾ ਤੇ ਬੜਾ ਹੀ ਔਖਾ ਹੈ, ਆਸਾਨ ਨਹੀਂ ਹੈ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਇਹ ਜੁੜਦੇ ਹੀ ਨਹੀਂ। ਸੰਸਾਰੀ ਤੇ ਭਗਤ ਜੁੜਦੇ ਹੀ ਨਹੀਂ। ਸੰਸਾਰੀ ਤੇ ਕਿਸੇ ਤੋਂ ਵੀ ਖੋ ਕੇ ਖਾ ਜਾਂਦਾ ਹੈ, ਭਗਤ ਆਪਣੀ ਵੀ ਕਿਸੇ ਨੂੰ ਦੇ ਦਿੰਦਾ ਹੈ। ਇੰਨਾ ਫਰਕ ਹੈ, ਜੋੜ ਆਉਂਦਾ ਹੀ ਨਹੀਂ ਹੈ। ਇਹ ਦੁਨੀਆ ਤੋਂ ਉਲਟੀ ਚੱਲਦੇ ਨੇ। ਸੰਸਾਰੀਆਂ ਦੀ ਭੀੜ ਇੱਕ ਪਾਸੇ ਚੱਲਦੀ ਹੈ, ਭਗਤ ਵੱਖਰਾ ਹੀ ਤੁਰਿਆ ਹੁੰਦਾ ਹੈ। ਸੰਸਾਰੀਆਂ ਦੀ ਭੀੜ ਰਸਤੇ ਤੇ ਤੁਰ ਰਹੀ ਹੁੰਦੀ ਹੈ, ਭਗਤ ਰਸਤੇ ਤੇ ਨਹੀਂ ਤੁਰ ਰਿਹਾ ਹੁੰਦਾ, ਸੜਕ ਤੇ ਨਹੀਂ ਤੁਰਦਾ, ਉਹ ਪਹਾੜ ਚੜਦਾ ਹੁੰਦਾ ਹੈ। ਤੇ ਉਚਾਈ ਚੜਨਾ ਤੇ ਔਖਾ ਹੈ ਨਾ। ਕਬੀਰ ਜਿਹ ਮਾਰਗ ਪੰਡਿਤ ਗਏ, ਪਾਛੈ ਪਰੀ ਬਹੀਰ, ਇੱਕ ਅਵਕਟ ਘਾਟੀ ਰਾਮ ਕੀ, ਤੈਂ ਚੜ ਰਿਓ ਕਬੀਰ। ਕੋਈ ਕਬੀਰ ਵਰਗਾ ਬਿਰਲਾ ਭਗਤ ਹੈ ਜਿਹੜਾ ਉਚਾਈ ਤੇ ਚੜਦਾ ਹੈ। ਭਗਤ ਦੀ ਚਾਲ ਹੀ ਨਿਰਾਲੀ ਹੈ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ ਵਿਖਮ ਮਾਰਗ ਚੱਲਣਾ। ਉਹਨਾਂ ਦਾ ਰਸਤਾ ਬੜਾ ਵਿਖਮ ਹੈ, ਬੜਾ ਕਠਿਨ ਹੈ। ਉਹ ਸਿੱਧੇ ਸਪਾਟ ਰਸਤੇ ਤੇ ਨਹੀਂ ਚੱਲਦੇ ਜਿੱਥੇ ਭੀੜਾਂ ਤੁਰਦੀਆਂ ਨੇ, ਉਹਨਾਂ ਤੋਂ ਵੱਖਰਾ ਤੁਰਦੇ ਨੇ। ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਕਿ ਖਾਲਸਾ ਦੁਨੀਆ ਤੋਂ ਨਿਆਰਾ ਹੈ। ਅਸੀਂ ਖਾਲਸੇ ਹਾਂ, ਦੁਨੀਆ ਤੋਂ ਨਿਆਰੇ ਹਾਂ, ਵੱਖਰੇ ਹਾਂ। ਨਿਆਰੇ ਕਿਵੇਂ ਹਾਂ? ਕਿਸੇ ਨੂੰ ਆਪਣੇ ਕੱਪੜਿਆਂ ਨੂੰ ਹੱਥ ਨਹੀਂ ਲਾਣ ਦਿੰਦੇ ਤਾਂ ਨਿਆਰੇ ਹਾਂ? ਕਿ ਆਪਣੇ ਭਾਂਡਿਆਂ ਨੂੰ ਹੱਥ ਨਹੀਂ ਲਾਣ ਦਿੰਦੇ ਤਾਂ ਨਿਆਰੇ ਹਾਂ? ਜਾਂ ਅੰਮ੍ਰਿਤਧਾਰੀ ਦੇ ਹੱਥ ਦਾ ਚੋਇਆ ਦੁੱਧ ਪੀਂਦੇ ਹਾਂ ਤਾਂ ਨਿਆਰੇ ਹਾਂ? ਨਿਆਰੇ ਕਿਵੇਂ ਹਾਂ? ਨਿਆਰੇ ਇਸ ਤਰ੍ਹਾਂ ਵਾ ਕਿ ਅੱਜ ਅੰਮ੍ਰਿਤ ਛਕ ਕੇ ਘਰ ਆਇਆ, ਆਂਦਿਆਂ ਹੀ ਮਾਂ ਨੂੰ ਬਾਹੋਂ ਫੜ ਕੇ ਕਿਚਨ ਚੋਂ ਬਾਹਰ ਕੱਢ ਦਿੱਤਾ। ਮਾਂ ਤੂੰ ਬਾਹਰ ਚੱਲ, ਮੈਂ ਅੰਮ੍ਰਿਤਧਾਰੀ ਦੇ ਹੱਥ ਦੀ ਰੋਟੀ ਖਾਣੀ, ਤੇਰੀ ਨਹੀਂ, ਤੂੰ ਅੰਮ੍ਰਿਤ ਨਹੀਂ ਛਕਿਆ। ਇਸ ਕਰਕੇ ਨਿਆਰਾ ਵਾ। ਉਹ ਕਾਹਦਾ ਅੰਮ੍ਰਿਤ ਜਿਹੜਾ ਮਾਂ ਪੁੱਤ ਨੂੰ ਵਿਛੋੜ ਦੇਵੇ? ਮਾਂ ਨੂੰ ਤੇ ਬਾਹਰ ਕੱਢ ਦੇਗਾ, ਉਹਦਾ ਖੂਨ, ਉਹਦਾ ਦੁੱਧ ਅੰਦਰੋਂ ਕਿਵੇਂ ਕੱਢੇਗਾ? ਉਹਦਾ ਹੀ ਤੇ ਤੂੰ ਹਿੱਸਾ ਹੈ। ਨਿਆਰਾ ਕਿਵੇਂ ਹੈ? ਨਿਆਰਾ ਇਸ ਤਰ੍ਹਾਂ ਹੈ, ਜਿੱਥੇ ਦਫ਼ਤਰ ਦੇ ਵਿੱਚ 10 ਮੁਲਾਜ਼ਮ ਕੰਮ ਕਰਦੇ ਨੇ, ਉੱਥੇ 10ਵਾਂ ਗੁਰੂ ਕਾ ਸਿੱਖ ਹੈ। 9 ਸੰਸਾਰੀ ਨੇ, 10ਵਾਂ ਭਗਤ ਹੈ। 9 ਸੰਸਾਰੀ ਨੇ, 10ਵਾਂ ਖਾਲਸਾ ਹੈ, 10ਵਾਂ ਗੁਰੂ ਕਾ ਸਿੱਖ ਹੈ। ਜਿੱਥੇ 9 ਮੁਲਾਜ਼ਮ ਟੇਬਲ ਦੇ ਥੱਲਿਓਂ ਹੱਥ ਕਰਕੇ ਰਿਸ਼ਵਤ ਲੈ ਲੈਂਦੇ ਨੇ, ਉੱਥੇ 10ਵਾਂ ਉਲਟਾ ਹੀ ਚੱਲਦਾ ਹੈ। ਆਖਦਾ ਨਹੀਂ ਨਹੀਂ, ਜਿਹੜਾ ਮੇਰਾ ਹੱਕ ਬਣਦਾ ਬਸ ਉਹ ਲੈ ਕੇ ਜਾਵਾਂਗਾ, ਮੈਂ ਗਰੀਬ ਦਾ ਹੱਕ ਨਹੀਂ ਮਾਰਾਂਗਾ। ਇਹ ਕੰਮ ਔਖਾ ਨਿਆਰਾ ਬਣਨ ਵਾਸਤੇ, ਇਹ ਕੰਮ ਨਹੀਂ ਹੋਇਆ ਜਾਂਦਾ। ਜਿੱਥੇ 9 ਟੇਬਲ ਥੱਲੇ ਰਿਸ਼ਵਤ ਲੈ ਲੈਂਦੇ ਨੇ, ਗਰੀਬ ਦਾ ਖੂਨ ਪੀ ਲੈਂਦੇ ਨੇ, ਉਹਦਾ ਹੱਕ ਮਾਰ ਲੈਂਦੇ ਨੇ, ਉੱਥੇ 10ਵਾਂ ਗੁਰੂ ਕਾ ਸਿੱਖ ਆਖਦਾ ਮੈਂ ਰਿਸ਼ਵਤ ਨਹੀਂ ਲਵਾਂਗਾ, ਮੈਂ ਆਪਣਾ ਕੰਮ ਪੂਰਾ ਕਰਾਂਗਾ। ਜਿਹੜੀ ਮੇਰੀ ਡਿਊਟੀ ਹੈ, ਉਸ ਕੰਮ ਦੀ ਜਿਹੜੀ ਮੇਰੀ ਤਨਖਾਹ ਬਣੇਗੀ, ਮੈਂ ਤਨਖਾਹ ਲੈ ਕੇ ਘਰ ਜਾਵਾਂਗਾ, ਹੱਕ ਦੀ ਕਮਾਈ ਘਰ ਲੈ ਕੇ ਜਾਵਾਂਗਾ, ਕਿਸੇ ਗਰੀਬ ਦਾ ਖੂਨ ਨਹੀਂ ਪੀਵਾਂਗਾ, ਰਿਸ਼ਵਤ ਨਹੀਂ ਲਿਜਾਵਾਂਗਾ। ਉੱਥੇ 9 ਨੂੰ ਫਿਰ ਘੂਰ ਘੂਰ ਕੇ ਦੇਖਦੇ ਨੇ, ਇਹ ਕਿੱਧਰ ਉਲਟ ਚੱਲ ਪਿਆ। ਉਹ ਹੈ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ ਵਿਖਮ ਮਾਰਗ ਚੱਲਣਾ। ਬੜਾ ਔਖਾ ਰਸਤਾ ਹੈ, ਕਿਉਂਕਿ ਇਹਦੇ ਲਈ ਲੋਭ ਛੱਡਣਾ ਪੈਂਦਾ ਹੈ, ਇਹਦੇ ਲਈ ਲਾਲਚ ਛੱਡਣਾ ਪੈਂਦਾ ਹੈ। ਲੱਭ, ਲੋਭ, ਅਹੰਕਾਰ, ਤਜ, ਤ੍ਰਿਸ਼ਨਾ ਛੱਡਣੀ ਪੈਂਦੀ ਹੈ।
ਲੋਭ ਛੱਡਣਾ ਪੈਂਦਾ ਹੈ, ਹੰਕਾਰ ਛੱਡਣਾ ਪੈਂਦਾ ਹੈ। ਇੰਨਾ ਸੌਖਾ ਰਸਤਾ ਨਹੀਂ ਹੈ ਭਗਤ ਦਾ। ਦੁਪਹਿਰੇ ਛੁੱਟੀ ਹੋਈ, ਜਿੱਥੇ 9 ਮੁਲਾਜ਼ਮ ਦੁਨੀਆ ਭਰ ਦੀ ਨਿੰਦਿਆ ਚੁਗਲੀ ਕਰ ਰਹੇ ਨੇ, ਫਿਲਮਾਂ ਦੀਆਂ ਗੱਲਾਂ ਕਰ ਰਹੇ ਨੇ, ਆਂਢ ਗੁਆਂਢ ਨੂੰ ਮਾੜਾ ਭਲਾ ਕਹਿ ਰਹੇ ਨੇ, ਉੱਥੇ 10ਵਾਂ ਗੁਰੂ ਕਾ ਸਿੱਖ ਉਹ ਹੱਥ ਪੋਥੀ ਫੜ ਕੇ ਬੈਠਾ ਹੁੰਦਾ, ਬਾਣੀ ਪੜ੍ਹ ਰਿਹਾ ਹੁੰਦਾ, ਇਤਿਹਾਸ ਪੜ੍ਹ ਰਿਹਾ ਹੁੰਦਾ, ਵੱਖਰਾ ਹੀ ਚੱਲਦਾ ਦੁਨੀਆ ਤੋਂ, ਉਹ ਮਿਲਦਾ ਹੀ ਨਹੀਂ ਦੂਜਿਆਂ ਨਾਲ। ਜਿੱਥੇ 9 ਜਣੇ ਆਪਸ 'ਚ ਲੜ ਰਹੇ ਹੁੰਦੇ ਨੇ, ਗਾਲਾਂ ਕੱਢ ਰਹੇ ਹੁੰਦੇ ਨੇ, ਉੱਥੇ 10ਵਾਂ ਬੜੇ ਸ਼ਾਂਤਮਈ ਤਰੀਕੇ ਨਾਲ ਉਹਨਾਂ ਨੂੰ ਸਮਝਾ ਰਿਹਾ ਹੁੰਦਾ, ਪਿਆਰ ਦੇ ਨਾਲ ਮਨਾ ਰਿਹਾ ਹੁੰਦਾ, ਬੜਾ ਵੱਖਰਾ ਹੈ ਦੁਨੀਆ ਤੋਂ। ਜਿੱਥੇ 9 ਮਾਇਕ ਪਦਾਰਥਾਂ ਦੀ ਦੌੜ ਵਿੱਚ ਦੌੜੇ ਜਾਂਦੇ ਨੇ, ਉੱਥੇ 10ਵਾਂ ਗੁਰੂ ਕਾ ਸਿੱਖ ਧਰਮ ਦੀ ਯਾਤਰਾ ਕਰ ਰਿਹਾ ਹੁੰਦਾ ਹੈ। 9 ਛਾਤੀ ਤੇ ਹੱਥ ਮਾਰ ਕੇ ਆਖਦੇ ਨੇ ਮੈਂ ਨਵੀਂ ਗੱਡੀ ਲੈ ਲਈ, ਮੈਂ ਨਵਾਂ ਘਰ ਲੈ ਲਿਆ, ਉੱਥੇ 10ਵਾਂ ਆਖਦਾ ਮਾਲਕ ਨੇ ਕੁੱਲੀ ਦਿੱਤੀ ਹੈ, ਉਹਦੀ ਦਿੱਤੀ ਕੁੱਲੀ 'ਚ ਗੁਜ਼ਾਰਾ ਕਰਦਿਆਂ ਸ਼ੁਕਰਾਨਾ ਹੈ ਮਾਲਕ ਦਾ। ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ, ਕੀਤੀ ਕੰਮ ਨਾ ਧੌਲਾ ਜਿਤਹਾ ਦਸਰਾਏ। ਹੰਕਾਰ ਨਹੀਂ ਕਰਦਾ ਕਿਸੇ ਚੀਜ਼ ਦਾ। ਤੇ ਇਹ ਰਸਤਾ ਬੜਾ ਔਖਾ ਹੈ। ਇਹ ਖਾਲਸਾ ਬਣਨਾ ਬੜਾ ਔਖਾ ਹੈ, ਜਿਹੜਾ ਦੁਨੀਆ ਤੋਂ ਨਿਆਰਾ ਹੋਵੇ, ਲਾਲਚ ਨਾ ਕਰੇ, ਨਿੰਦਿਆ ਚੁਗਲੀ ਨਾ ਕਰੇ, ਝੂਠ ਨਾ ਬੋਲੇ, ਗਰੀਬ ਦਾ ਹੱਕ ਨਾ ਮਾਰੇ, ਹੰਕਾਰ ਨਾ ਕਰੇ। ਇਹ ਰਸਤਾ ਤੇ ਔਖਾ ਹੀ ਹੈ ਨਾ ਫਿਰ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਵਿਖਮ ਮਾਰਗ ਚੱਲਣਾ। ਇਹ ਰਸਤਾ ਬੜਾ ਵਿਖਮ ਹੈ, ਔਖਾ ਹੈ। ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਹੀਂ ਬੋਲਣਾ। ਲੱਭ ਛੱਡ ਦਿੰਦੇ ਨੇ, ਉਹਨਾਂ ਨੇ ਲੋਭ ਛੱਡ ਦਿੱਤਾ, ਹੰਕਾਰ ਤਿਆਗ ਦਿੱਤਾ, ਤ੍ਰਿਸ਼ਨਾ ਛੱਡ ਦਿੱਤੀ। ਉਹ ਹੰਕਾਰ ਦੇ ਬੋਲ ਨਹੀਂ ਬੋਲਦੇ ਕਿ ਸਾਡੇ ਵਰਗਾ ਕੋਈ ਨਹੀਂ, ਹੰਕਾਰ ਦੇ ਬੋਲ ਨਹੀਂ ਬੋਲਦੇ। ਉਹ ਤੇ ਆਖਦੇ ਨੇ ਅਸੀਂ ਹੈ ਹੀ ਕੁਛ ਨਹੀਂ। ਮਤ ਹੁੰਦੀ ਹੋਏ ਇਆਣਾ, ਤਾਣ ਹੁੰਦਾ ਹੋਏ ਨਿਤਾਣਾ, ਅਣ ਹੁੰਦੇ ਆਪ ਵੰਡਾਏ, ਉਹ ਐਸਾ ਭਗਤ ਸਦਾਏ। ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਹੀਂ ਬੋਲਣਾ। ਖੰਨਿਓ ਤਿੱਖੀ ਵਾਲੋਂ ਨਿੱਕੀ, ਏਤ ਮਾਰਗ ਜਾਣਾ। ਇਹ ਖੰਡੇ ਦੀ ਤਿੱਖੀ ਤਾਰ ਦਾ ਰਸਤਾ ਹੈ, ਵਾਲ ਤੋਂ ਬਰੀਕ ਰਸਤਾ ਹੈ, ਜਿਹਦੇ ਤੇ ਪੈਰ ਰੱਖ ਕੇ ਤੁਰਨਾ ਪੈਣਾ। ਐਸਾ ਤਿੱਖਾ ਰਸਤਾ ਕਿ ਕੀੜੀ ਵੀ ਤੁਰੇ ਉਹਦੇ ਵੀ 2 ਟੁਕੜੇ ਹੋ ਜਾਣ। ਤੁਰਨਾ ਤੇ ਦੂਰ ਦੀ ਗੱਲ, ਮੱਛਰ ਵੀ ਉੜਦਾ ਉੜਦਾ ਆ ਕੇ ਬਹਿ ਜਾਏ, ਉਹਦੇ 2 ਟੁਕੜੇ ਹੋ ਜਾਣ। ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਅਤ ਭੀੜੀ, ਉੱਥੇ ਟਿਕੇ ਨਾ ਪੁਣਹਣਾ। ਪੁਣਹਣਾ ਭਾਵ ਮੱਛਰ ਵੀ ਨਹੀਂ ਟਿਕਦਾ, ਉਹਦੇ ਵੀ ਟੁਕੜੇ ਹੋ ਜਾਂਦੇ ਨੇ। ਉੱਥੇ ਟਿਕੇ ਨਾ ਪੁਣਹਣਾ, ਚੱਲ ਨਾ ਸਕੇ ਉੱਪਰ ਕੀੜੀ, ਕੀੜੀ ਵੀ ਨਹੀਂ ਤੁਰ ਸਕਦੀ। ਸਿੱਖੀ ਐਸੀ ਖੰਡੇ ਦੀ ਤਾਰ ਹੈ। ਤੇ ਕੀੜੀ ਤੁਰਨ ਦਾ ਮਤਲਬ, ਕੀੜੀ ਜਿੰਨਾ ਹੰਕਾਰ ਵੀ ਨਹੀਂ ਚੱਲ ਸਕਦਾ, ਮੱਛਰ ਜਿੰਨਾ ਹੰਕਾਰ ਵੀ ਨਹੀਂ ਟਿਕਦਾ ਇਸ ਤਾਰ ਦੇ ਉੱਪਰ। 2 ਟੁਕੜੇ ਹੋ ਜਾਂਦਾ ਹੈ। ਇਸ ਰਸਤੇ ਤੇ ਤੁਰਨਾ ਹੋਵੇ ਤੇ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ, ਤੋ ਆਓ ਹਮਾਰੇ ਪਾਸ। ਇਹ ਉਹ ਰਸਤਾ ਹੈ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਨਿਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹ ਉਹ ਰਸਤਾ ਹੈ, ਵਾਟ ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪੀਣੀ, ਤਿਸ ਉੱਪਰ ਹੈ ਮਾਰਗ ਮੇਰਾ, ਸ਼ੇਖ ਫਰੀਦਾ ਪੰਥ ਸੰਭਾਲ ਸਵੇਰਾ। ਇਹ ਉਹ ਰਸਤਾ ਹੈ। ਖੰਨਿਓ ਤਿੱਖੀ ਵਾਲੋਂ ਨਿੱਕੀ, ਏਤ ਮਾਰਗ ਜਾਣਾ। ਗੁਰੂ ਪ੍ਰਸਾਦੀ ਜਿਨੀ ਆਪ ਤਜਿਆ। ਨਿਆਰਾ ਬਣਦਾ ਕੌਣ ਹੈ? ਜਿਹਨੇ ਗੁਰੂ ਦੀ ਕਿਰਪਾ ਦੇ ਸਦਕਾ ਗੁਰੂ ਗਿਆਨ ਹਾਸਲ ਕਰਕੇ ਆਪਣੇ ਆਪ ਨੂੰ ਮਿਟਾ ਦਿੱਤਾ। ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ। ਪਦਾਰਥਾਂ ਦੀ ਵਾਸਨਾ ਉਹਦੇ ਅੰਦਰ ਸਮਾ ਗਈ, ਖਤਮ ਹੋ ਗਈ। ਕਹਿ ਨਾਨਕ ਚਾਲ ਭਗਤਾਂ, ਜੁਗੋ ਜੁਗ ਨਿਰਾਲੀ। ਦੁਨੀਆ ਤੋਂ ਜਨਮਾਂ ਜੁਗਾਂ ਜੁਗਾਂਤਰਾਂ ਤੋਂ ਵੱਖਰੀ ਚਾਲ ਚਲਦੀ ਆ ਰਹੀ ਹੈ ਭਗਤਾਂ ਦੀ, ਦੂਜਿਆਂ ਨਾਲ ਮਿਲਦੇ ਹੀ ਨਹੀਂ। ਗੁਰੂ ਕਾ ਸਿੱਖ ਅਲੱਗ ਹੀ ਚੱਲਦਾ ਹੈ, ਹਟ ਕੇ ਚੱਲਦਾ ਹੈ ਦੁਨੀਆ ਤੋਂ। ਜਿੱਥੇ ਲੋਕ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸ਼ਨਾ ਨਿੰਦਿਆ ਚੁਗਲੀ ਦਵੈਸ਼ ਬਖੀਲੀ ਪਾਪ ਵਿਕਾਰ ਗੁਨਾਹ ਅਪਰਾਧਾਂ ਚ ਖਚਤ ਨੇ, ਠੱਗੀਆਂ ਬੇਈਮਾਨੀਆਂ ਪਹਿਨਾਮੀਆਂ ਕਰ ਰਹੇ ਨੇ, ਉੱਥੇ ਗੁਰੂ ਕਾ ਸਿੱਖ ਗੁਣਾਂ ਵਿੱਚ ਜ਼ਿੰਦਗੀ ਜਿਉਂਦਾ ਹੈ। ਸਤ ਸੰਤੋਖ ਦਇਆ ਧਰਮ ਧੀਰਜ ਗਿਆਨ ਵਿਰਾਗ ਨਿਮਰਤਾ ਨਿਰਮਾਣਤਾ ਨਿਸ਼ਕਾਮਤਾ ਨੇਕ ਨੀਤੀ ਸਚਾਈ ਇਮਾਨਦਾਰੀ ਸਤ ਸੰਗਤ ਸੇਵਾ ਸਿਮਰਨ ਸਾਧਨਾ, ਇਹਨਾਂ ਚ ਜ਼ਿੰਦਗੀ ਬਤੀਤ ਕਰਦਾ ਹੈ। ਇਹਨਾਂ ਫਰਕ ਹੈ, ਇਸ ਕਰਕੇ ਵੱਖਰਾ ਹੈ ਦੁਨੀਆ ਤੋਂ। ਉਹ ਫਿਰ ਮਾਲਕ ਦੇ ਦਰ ਤੇ ਸ਼ੋਭਦਾ ਹੈ ਭਗਤ। ਅੱਜ ਦੇ ਵਚਨ ਇਹ, ਭਗਤ ਸੋਹੈ ਦਰਬਾਰ।
ਭਗਤ ਮਾਲਕ ਦੇ ਦਰਵਾਜ਼ੇ ਤੇ ਸ਼ੋਭਦੇ ਨੇ, ਸੋਹਣੇ ਲੱਗਦੇ ਨੇ। ਸ਼ਬਦ ਸੁਹਾਇਆ ਜੀਓ, ਕਿਉਂਕਿ ਗੁਰੂ ਸ਼ਬਦ ਰਾਹੀਂ ਉਹ ਸੋਹਣੇ ਲੱਗਣ ਲੱਗੇ। ਗੁਰੂ ਸ਼ਬਦ ਨੇ ਉਹਨਾਂ ਦੇ ਜੀਵਨ ਨੂੰ ਸਵਾਰ ਦਿੱਤਾ, ਇੰਨਾ ਸਵਾਰ ਦਿੱਤਾ, ਮਾਲਕ ਦੇ ਦਰ ਤੇ ਭਗਤ ਸ਼ੋਭਦੇ ਨੇ। ਹੁਣ ਕੋਈ ਵੀ ਉਹਨਾਂ ਦੀ ਬਰਾਬਰੀ ਨਹੀਂ ਕਰ ਸਕਦਾ, ਕੋਈ ਵੀ ਉਹਨਾਂ ਦੇ ਬਰਾਬਰ ਮੁਕਾਬਲੇ ਪਹੁੰਚ ਨਹੀਂ ਸਕਦਾ। ਕੌਣ ਪਹੁੰਚੇ? ਪੰਡਿਤ, ਸੂਰ, ਛਤਰਪਤ, ਦਾਤਾ, ਭਗਤ ਬਰਾਬਰ ਔਰ ਨਾ ਕੋਈ। ਇਹ ਭਗਤ ਦੇ ਬਰਾਬਰ ਭਾਵੇਂ ਛਤਰਪਤੀ ਰਾਜੇ ਕਿਉਂ ਨਾ ਹੋਵੇ, ਵਿਦਵਾਨ ਕਿਉਂ ਨਾ ਹੋਵੇ ਜਗਤ ਦਾ, ਭਗਤ ਦੇ ਮੁਕਾਬਲੇ ਨਹੀਂ ਪਹੁੰਚ ਸਕਦੇ। ਜੈਸੇ ਪ੍ਰੇਣ ਪਾਤ ਰਹਿ ਜਲ ਸਮੀਪ, ਭਨ ਰਵਿਦਾਸ ਜਨਮੇ ਜਗ ਹੋਏ। ਜਿਵੇਂ ਚੁਪੱਤੀ ਪਾਣੀ ਦੇ ਨੇੜੇ ਰਹਿ ਕੇ ਖਿੜੀ ਰਹਿ ਸਕਦੀ ਹੈ, ਹਰੀ ਰਹਿ ਸਕਦੀ ਹੈ, ਰੱਬ ਦੇ ਭਗਤ ਰੱਬ ਦੇ ਨੇੜੇ ਰਹਿ ਕੇ ਹਰੇ ਨੇ, ਖੁਸ਼ ਨੇ, ਸ਼ੋਭਦੇ ਨੇ, ਸੋਹਣੇ ਲੱਗਦੇ ਨੇ। ਉਹਨਾਂ ਲਈ ਪ੍ਰਭੂ ਦਾ ਨਾਮ ਅੰਮ੍ਰਿਤ ਹੈ, ਜਿਹਦੇ ਨਾਲ ਜੁੜ ਕੇ ਉਹ ਜਿਉਂਦੇ ਨੇ। ਔਰ ਦੋ ਚੀਜ਼ਾਂ ਸਦਾ ਹੀ ਜੁੜੀਆਂ ਰਹਿੰਦੀਆਂ ਨੇ, ਭਗਤ ਤੇ ਪ੍ਰਭੂ, ਭਗਤ ਤੇ ਭਗਵਾਨ। ਇਹ ਅਲੱਗ ਨਹੀਂ ਹੋ ਸਕਦੇ, ਇਹ ਇਕੱਠੇ ਹੀ ਰਹਿੰਦੇ ਨੇ। ਜਦੋਂ ਰਹਿੰਦੇ ਨੇ ਇਹ ਅਲੱਗ ਨਹੀਂ ਹੋ ਸਕਦੇ। ਜਿਵੇਂ ਹੰਸ ਤੇ ਮਾਨ ਸਰੋਵਰ ਇਕੱਠੇ ਹੀ ਰਹਿੰਦੇ ਨੇ, ਅਲੱਗ ਨਹੀਂ ਹੋ ਸਕਦੇ। ਕਿਉਂ? ਕਿਉਂਕਿ ਹੰਸ ਦੀ ਖੁਰਾਕ ਹੀ ਮਾਨ ਸਰੋਵਰ ਦੇ ਕਿਨਾਰੇ ਤੇ ਹੈ, ਉੱਥੋਂ ਹੀਰੇ ਮੋਤੀ ਚੁਗਦਾ ਹੈ। ਇਸ ਕਰਕੇ ਹੰਸ ਮਾਨ ਸਰੋਵਰ ਤੋਂ ਅਲੱਗ ਨਹੀਂ ਰਹਿ ਸਕਦਾ। ਉੜਦਾ ਉੜਦਾ ਹੰਸ ਭੁੱਖ ਦੇ ਵਿੱਚ ਬੇਬਲ ਹੋ ਗਿਆ। ਉਹਨੇ ਜ਼ਮੀਨ ਤੇ ਦੇਖਿਆ ਖੇਤ ਸੀ ਕੋਧਰੇ ਦਾ, ਹੁਣ ਚਿੱਟੇ ਮੋਤੀਆਂ ਵਰਗੇ ਦਾਣੇ ਚਮਕਦੇ ਨੇ। ਉਹਨੇ ਸੋਚਿਆ ਮੋਤੀ ਨੇ ਮੇਰੀ ਖੁਰਾਕ ਹੈ। ਹੰਸ ਉੱਤਰ ਕੇ ਉਸ ਕੋਧਰੇ ਦੇ ਖੇਤ ਵਿੱਚ ਆ ਗਿਆ। ਅਜੇ ਪਹਿਲੇ ਦਾਣੇ ਨੂੰ ਚੁੰਝ ਮਾਰਨ ਹੀ ਲੱਗੇ ਹੈ ਤੇ ਜ਼ਿਮੀਦਾਰ ਉਹਨੇ ਹੱਥ 'ਚ ਡੰਡਾ ਫੜਿਆ, ਮਾਰਨ ਵਾਸਤੇ ਦੌੜਿਆ। ਉਹਦੇ ਸਾਥੀ ਉਹਨਾਂ ਨੇ ਹੱਥ ਡੰਡੇ ਫੜੇ, ਮਾਰਨ ਵਾਸਤੇ ਦੌੜੇ, ਕਿਤੇ ਇਹ ਪੰਛੀ ਕੋਧਰੇ ਦੀ ਫਸਲ ਨੂੰ ਉਜਾੜ ਨਾ ਦੇਣ। ਤੇ ਭਗਤ ਜੀ ਨੇ ਆਵਾਜ਼ ਦੇ ਕੇ ਕਿਹਾ ਸੀ, ਨਾ ਨਾ, ਇਹ ਹੰਸ ਤੁਹਾਡੇ ਕੋਧਰੇ ਦੀ ਖੇਤੀ ਨਹੀਂ ਉਜਾੜੇਗਾ, ਇਹ ਤੇ ਵਿਚਾਰਾ ਭੁਲੇਖੇ ਨਾਲ ਲਾ ਗਿਆ। ਇਹਨੇ ਸੋਚਿਆ ਮੋਤੀ ਨੇ, ਇੱਕ ਚੁੰਝ ਮਾਰੇਗਾ, ਸਮਝ ਲੱਗ ਜਾਏਗੀ ਮੋਤੀ ਨਹੀਂ, ਉੱਡ ਜਾਏਗਾ। ਇਹਨੂੰ ਮਾਰੋ ਨਾ, ਇਹ ਤੁਹਾਡੀ ਖੇਤੀ ਨਹੀਂ ਉਜਾੜੇਗਾ, ਕਿਉਂਕਿ ਇਹਦੀ ਖੁਰਾਕ ਹੀ ਨਹੀਂ ਇਹ। ਹਾਂ, ਹੋ ਸਕਦਾ ਹੈ ਤੁਹਾਡੇ ਖੇਤ ਵਿੱਚ ਆਇਆ, ਜਾਂਦੇ ਜਾਂਦੇ ਕੋਈ ਮੋਤੀ ਉਗਲ ਜਾਏ, ਤੁਹਾਡੀ ਜਨਮਾਂ ਜਨਮਾਂਤਰਾਂ ਦੀ ਕੰਗਾਲੀ ਕੱਟ ਜਾਏ। ਕਬੀਰ ਹੰਸ ਉੱਡਣ ਕੋਧਰੇ ਪਿਆ, ਲੋਕ ਵਿਡਾਰਨ ਜਾਏ, ਗਹਿਲਾ ਲੋਕ ਨਾ ਜਾਣਦਾ, ਹੰਸ ਨਾ ਕੋਧਰਾ ਖਾਏ। ਹੰਸ ਕੋਧਰਾ ਖਾਂਦਾ ਹੀ ਨਹੀਂ ਹੈ, ਉਹਨੂੰ ਮਾਰੋ ਨਾ, ਹੋ ਸਕਦਾ ਜਾਂਦਿਆਂ ਜਾਂਦਿਆਂ ਮੋਤੀ ਛੱਡ ਜਾਏ। ਰੱਬ ਦਾ ਭਗਤ ਭਗਵਾਨ ਤੋਂ ਬਿਨਾਂ ਰਹਿੰਦਾ ਨਹੀਂ। ਜੇ ਜਾਣੇ ਅਣਜਾਣੇ ਕਿਸੇ ਇਹੋ ਜਿਹੀ ਥਾਂ ਤੇ ਚਲਾ ਜਾਏ, ਲੋਕ ਉਂਗਲਾਂ ਚੁੱਕਣ, ਕਹਿਣ ਲੱਗੇ ਲੋਕੋ ਉਂਗਲਾਂ ਨਾ ਚੁੱਕਿਓ, ਹੋ ਸਕਦਾ ਜਾਣੇ ਅਣਜਾਣੇ ਚਲਾ ਗਿਆ ਹੋਵੇ। ਜੇ ਚਲਾ ਹੀ ਗਿਆ ਹੋਵੇ ਤੇ ਕੁਝ ਨਾ ਕੁਝ ਦੇ ਕੇ ਹੀ ਜਾਏਗਾ, ਲਏਗਾ ਕੁਝ ਨਹੀਂ, ਕੁਝ ਸਿੱਖਿਆ ਹੀ ਦੇ ਜਾਏਗਾ, ਕੁਝ ਗੁਣ ਹੀ ਦੇ ਜਾਏਗਾ, ਕੁਝ ਭਲਾਈ ਕਰਕੇ ਜਾਏਗਾ। ਕਿਉਂਕਿ ਹੰਸ ਦਾ ਸੰਬੰਧ ਮਾਨ ਸਰੋਵਰ ਨਾਲ ਹੈ, ਇਹ ਕੋਧਰੇ ਦੇ ਖੇਤਾਂ ਨਾਲ ਸੰਬੰਧ ਹੀ ਕੋਈ ਨਹੀਂ ਹੈ। ਸਰਵਰ ਹੰਸ ਧੁਰੇ ਹੀ ਮੇਲਾ, ਧੁਰੇ ਹੀ ਇਕੱਠੇ ਨੇ, ਧੁਰੇ ਹੀ ਸੰਜੋਗ ਹੈ ਇਹਨਾਂ ਦਾ। ਹੰਸ ਤੇ ਸਰੋਵਰ ਅਲੱਗ ਨਹੀਂ ਹੋ ਸਕਦੇ। ਹੰਸ ਹੈ ਰੱਬ ਦਾ ਭਗਤ, ਮਾਨ ਸਰੋਵਰ ਹੈ ਪ੍ਰਭੂ, ਜਿਹਦੇ ਵਿੱਚ ਨਾਮ ਦੇ ਮੋਤੀ ਭਗਤ ਚੁਣਦਾ ਹੈ ਤੇ ਜ਼ਿੰਦਗੀ ਬਸਰ ਕਰਦਾ ਹੈ। ਸਰਵਰ ਹੰਸ ਧੁਰੇ ਹੀ ਮੇਲਾ, ਖਸਮੈ ਏਵਹਿ ਭਾਣਾ, ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾ ਕਾ ਖਾਣਾ। ਰੱਬ ਦਾ ਭਗਤ ਰੱਬ ਨਾਲ ਹੀ ਜੁੜਿਆ ਹੈ, ਸਿੱਖ ਦਾ ਸੰਬੰਧ ਗੁਰੂ ਨਾਲ ਹੀ ਹੈ। ਉਹ ਗੁਰੂ ਸਾਧ ਸੰਗਤ ਮਾਨ ਸਰੋਵਰ ਵਿੱਚ ਆ ਕੇ ਗੁਰੂ ਸ਼ਬਦ ਦੇ ਮੋਤੀ ਚੁਗਦਾ ਹੈ, ਉਹ ਦਰ ਦਰ ਤੇ ਭਟਕਦਾ ਹੀ ਨਹੀਂ ਹੈ। ਭਗਤ ਭਗਵਾਨ ਰੂਪੀ ਮਾਨ ਸਰੋਵਰ ਦੇ ਕਿਨਾਰੇ ਬੈਠਾ ਰਹਿੰਦਾ ਹੈ, ਉਹ ਭਗਵਾਨ ਦੇ ਨਾਮ ਦੇ ਮੋਤੀ ਚੁਗਦਾ ਹੈ। ਰੱਬ ਦੇ ਨਾਮ ਤੋਂ ਬਿਨਾਂ ਹੋਰ ਜਾਂਦਾ ਹੀ ਕਿਤੇ ਨਹੀਂ ਹੈ। ਭਗਤ ਸੋਹੈ ਦਰਬਾਰ, ਸ਼ਬਦ ਸੁਹਾਇਆ ਜੀਓ। ਉਹ ਸ਼ਬਦ ਰਾਹੀਂ ਸੋਹਣੇ ਹੋ ਗਏ, ਮਾਲਕ ਦੇ ਦਰਵਾਜ਼ੇ ਤੇ ਸ਼ੋਭਦੇ ਨੇ। ਬੋਲੇ ਅੰਮ੍ਰਿਤ ਬਾਣ, ਰਸਨ ਰਸਾਇਆ ਜੀਓ। ਹੁਣ ਜਦੋਂ ਬੋਲਦੇ ਨੇ, ਆਤਮਿਕ ਜ਼ਿੰਦਗੀ ਦੇਣ ਵਾਲੇ ਨਾਮ ਜਲ ਰੂਪੀ ਬੋਲ ਬੋਲਦੇ ਨੇ, ਅੰਮ੍ਰਿਤ ਦੇ ਬੋਲ ਬੋਲਦੇ ਨੇ। ਅੰਮ੍ਰਿਤ ਮੈਨੇ ਆਤਮਿਕ ਜ਼ਿੰਦਗੀ ਦੇਣ ਵਾਲਾ ਨਾਮ ਜਲ। ਉਹਨਾਂ ਦੇ ਬੋਲ ਕਿਸੇ ਨੂੰ ਜ਼ਿੰਦਗੀ ਦਿੰਦੇ ਨੇ, ਮੌਤ ਨਹੀਂ ਦਿੰਦੇ। ਉਹਨਾਂ ਦੇ ਬੋਲ ਵੀ ਸੋਹਣੇ ਹੋ ਗਏ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲ ਵਿਖ ਕੱਟੇ,
ज्ञान अंजन सारिया, अंदरों जिनका मोह टुटा, तिनका शब्द सच्चा सवारिया। तिनका शब्द सच्चा सवारिया, ਇਹਦਾ अर्थ ਇਹ ਹੈ ਉਸ ਸੱਚੇ ਮਾਲਕ ਨੇ ਉਹਨਾਂ ਦਾ ਸ਼ਬਦ ਸਵਾਰ ਦਿੱਤਾ, ਉਹਨਾਂ ਦੀ ਸ਼ਬਦਾਵਲੀ ਮਿੱਠੀ ਕਰ ਦਿੱਤੀ, ਉਹਨਾਂ ਦੀ ਸ਼ਬਦਾਵਲੀ ਅੰਮ੍ਰਿਤ ਭਰਪੂਰ ਹੋ ਗਈ। ਉਹ ਜਦੋਂ ਸ਼ਬਦ ਬੋਲਦੇ ਨੇ ਅੰਮ੍ਰਿਤ ਹੀ ਬੋਲਦੇ ਨੇ। ਇਹਦਾ ਅਰਥ ਇਹ ਨਹੀਂ ਵੀ ਉਹ ਸ਼ਬਦ ਨੇ ਉਹਨਾਂ ਨੂੰ ਸਵਾਰ ਦਿੱਤਾ, ਨਹੀਂ, ਉਹ ਸੱਚੇ ਮਾਲਕ ਨੇ ਉਹਨਾਂ ਗੁਰਮੁਖਾਂ ਦੇ ਸ਼ਬਦ ਨੂੰ ਸਵਾਰ ਦਿੱਤਾ। ਉਹ ਹੁਣ ਕਿਸੇ ਦੀ ਨਿੰਦਾ ਕਰ ਹੀ ਨਹੀਂ ਸਕਦੇ, ਕਿਸੇ ਨੂੰ ਬੋਲ ਕਬੋਲ ਬੋਲ ਹੀ ਨਹੀਂ ਸਕਦੇ, ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਕ੍ਰੋਧ ਨਹੀਂ ਕਰਦੇ। ਜਦੋਂ ਬੋਲਦੇ ਨੇ ਉਹਨਾਂ ਦੀ ਜ਼ੁਬਾਨ ਚੋਂ ਅੰਮ੍ਰਿਤ ਝਰਦਾ ਹੈ, ਫੁੱਲ ਕਿਰਦੇ ਨੇ, ਮੋਤੀ ਝਰਦੇ ਨੇ। ਸੱਚੇ ਮਾਲਕ ਨੇ ਉਹਨਾਂ ਦੀ ਬੋਲ ਬਾਣੀ ਨੂੰ ਸਵਾਰ ਦਿੱਤਾ। ਤਿਨਕਾ ਸ਼ਬਦ ਸੱਚਾ ਸਵਾਰਿਆ, ਸੱਚੇ ਮਾਲਕ ਨੇ ਉਹਨਾਂ ਦੀ ਜ਼ੁਬਾਨ ਦੇ ਸ਼ਬਦਾਂ ਨੂੰ ਸਵਾਰ ਦਿੱਤਾ। ਉਹਨਾਂ ਦੇ ਸ਼ਬਦ ਮਿੱਠੇ ਤੇ ਖੂਬਸੂਰਤ ਕੀਮਤੀ ਹੋ ਜਾਂਦੇ ਨੇ। ਕਹੇ ਨਾਨਕ ਇਹ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ। ਕਿਸੇ ਵਿਰਲੇ ਦੇ ਸ਼ਬਦ ਸਵਾਰਦਾ ਮਾਲਕ, ਨਹੀਂ ਤੇ ਮਨੁੱਖ 1-2 ਸਾਲ ਦੀ ਉਮਰ ਵਿੱਚ ਬੋਲਣਾ ਸਿੱਖ ਜਾਂਦਾ ਹੈ, ਪਰ ਕੀ ਬੋਲਣਾ? ਕਈ ਵਾਰੀ 80 ਸਾਲ ਦੀ ਉਮਰ ਹੋ ਜਾਂਦੀ, ਪਤਾ ਹੀ ਨਹੀਂ ਲੱਗਦਾ ਕੀ ਬੋਲਣਾ। 80 90 100 ਸਾਲ ਦੇ ਬਜ਼ੁਰਗ ਵੀ ਜਿਹੜੇ ਨੇ ਇਸ ਤਰ੍ਹਾਂ ਬੋਲਦੇ ਨੇ। ਮਨ ਕਈ ਵਾਰੀ ਸੋਚਦਾ ਕਿ ਸਾਰੀ ਜ਼ਿੰਦਗੀ ਬੋਲਣ ਦੀ ਜਾਚ ਨਹੀਂ ਆਈ। ਬੋਲਣਾ 1-2 ਸਾਲ ਵਿੱਚ ਸਿੱਖਿਆ ਜਾਂਦਾ ਹੈ, ਪਰ ਕੀ ਬੋਲਣਾ? ਕਈ ਵਾਰੀ ਇਹ ਗੱਲ ਸਿੱਖਣ ਲਈ ਸਾਰੀ ਜ਼ਿੰਦਗੀ ਗੁਜ਼ਰ ਜਾਂਦੀ ਹੈ। ਅਜੇ ਤੱਕ ਬੁਢਾਪਾ ਆ ਜਾਂਦਾ ਹੈ, ਬੋਲਣ ਦੀ ਜਾਚ ਨਹੀਂ ਆਈ ਹੁੰਦੀ ਕਿ ਬਾਬਾ ਬੋਲਣਾ ਕਿਆ ਕਹੀਏ, ਕਿ ਜੇ ਬੋਲਣਾ ਹੋਵੇ ਤੇ ਕਿਹੋ ਜਿਹੇ ਬੋਲ ਬੋਲੀਏ। ਜੈਸੇ ਰਾਮ ਨਾਮ ਰੱਬ ਰਹੀ ਹੈ ਕਿ ਦੂਜੇ 'ਚ ਬੈਠਾ ਰੱਬ ਨਜ਼ਰ ਆ ਜਾਏ, ਇਸ ਤਰ੍ਹਾਂ ਬੋਲਾਂ ਕਿ ਮੇਰੇ ਰੱਬ ਨੂੰ ਠੇਸ ਨਾ ਪਹੁੰਚ ਜਾਏ। ਭਗਤ ਦੇ ਸ਼ਬਦ ਸਵਰ ਗਏ। ਉਹ ਬੋਲਦੇ ਨੇ ਅੰਮ੍ਰਿਤ ਦੇ ਬੋਲ ਬੋਲਦੇ ਨੇ। ਬੋਲੇ ਅੰਮ੍ਰਿਤ ਬਾਣ ਰਸਨ ਰਸਾਇਆ ਜੀਓ। ਉਹਨਾਂ ਦੀ ਰਸਨਾ ਦੇ ਵਿੱਚ ਨਾਮ ਦਾ ਰਸ, ਨਾਮ ਦੀ ਮਿਠਾਸ ਪ੍ਰਗਟ ਹੋ ਗਈ। ਰਸਨ ਰਸਾਏ ਨਾਮ ਤਿਸਾਏ, ਗੁਰ ਕੈ ਸ਼ਬਦ ਵਿਕਾਣੇ। ਉਹਨਾਂ ਦੀ ਰਸਨਾ ਨਾਮ ਰਸ ਨਾਲ ਭਰਪੂਰ ਹੋ ਗਈ। ਨਾਮ ਤਿਸਾਏ, ਨਾਮ ਦੀ ਤ੍ਰਿਖਾ ਪ੍ਰਬਲ ਹੋ ਗਈ। ਹੁਣ ਨਾਮ ਦੀ ਪਿਆਸ ਹੋਰ ਜਗ ਗਈ। ਜਿਵੇਂ ਜਿਵੇਂ ਨਾਮ ਜਪਦੇ ਨੇ, ਨਾਮ ਦੀ ਪਿਆਸ ਵੱਧਦੀ ਚਲੀ ਜਾਂਦੀ ਹੈ, ਹੋਰ ਨਾਮ ਜਪਦੇ ਜਾਂਦੇ ਨੇ। ਮਾਨੋ ਜਿਵੇਂ ਕਿਸੇ ਬੰਦੇ ਨੂੰ ਪਿਆਸ ਲੱਗੇ, ਉਹ ਇੱਕ ਗਲਾਸ ਪਾਣੀ ਪੀਏ ਤੇ ਪਾਣੀ ਪੀਣ ਨਾਲ ਹੋਰ ਪਿਆਸ ਭੜਕ ਜਾਏ, ਫਿਰ ਦੂਸਰਾ ਗਲਾਸ ਪਾਣੀ ਦਾ ਪੀਵੇ, ਹੋਰ ਪਿਆਸ ਤੇਜ਼ ਹੋ ਜਾਏ। ਜਿਵੇਂ ਜਿਵੇਂ ਪਾਣੀ ਪੀ ਜਾਏ ਉਵੇਂ ਉਵੇਂ ਪਿਆਸ ਵਧੀ ਜਾਏ। ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮੈਂ ਅਗਨ ਉੱਠੀ ਅਧਿਕਾਏ। ਜਿਵੇਂ ਜਿਵੇਂ ਤੇਰੇ ਨਾਮ ਦਾ ਅੰਮ੍ਰਿਤ ਪੀਣਾ, ਰੱਜ ਨਹੀਂ ਆਉਂਦਾ, ਪਿਆਸ ਵਧਦੀ ਚਲੀ ਜਾਂਦੀ ਹੈ। ਹੋਰ ਨਾਮ ਜਪ ਲਾਂ, ਹੋਰ ਨਾਮ ਜਪ ਲਾਂ। ਬਹੁਤ ਸਾਰੇ ਆਖਦੇ ਨੇ ਵੀ ਕਿਵੇਂ ਪਤਾ ਲੱਗੇ ਵੀ ਬਾਣੀ 'ਚ ਮਨ ਟਿਕ ਗਿਆ। ਤੇ ਗੁਰੂ ਹਰਿ ਸਾਹਿਬ ਜੀ ਨੇ ਇੱਕ ਬਚਨ ਕੀਤਾ ਸੀ, ਕਹਿਣ ਲੱਗੇ ਸਿੱਖਾ, ਜਦੋਂ ਸ਼ਬਦ ਪੜ੍ਹਦਿਆਂ ਮਨ ਕਰੇ ਨਾ ਵੀ ਇੱਕ ਸ਼ਬਦ ਹੋਰ ਪੜ੍ਹ ਲਵਾਂ, ਦੂਜਾ ਸ਼ਬਦ ਪੜ੍ਹ ਲਿਆ, ਸਮਾਪਤੀ ਕਰਨ ਲੱਗਿਆ, ਫਿਰ ਮਨ ਕਵੇ ਨਹੀਂ ਨਹੀਂ ਇੱਕ ਸ਼ਬਦ ਹੋਰ ਪੜ੍ਹ ਲਵਾਂ। ਜਦੋਂ ਬਾਰ-ਬਾਰ ਮਨ ਕਰੇ ਨਾ ਇੱਕ ਸ਼ਬਦ ਹੋਰ, ਇੱਕ ਸ਼ਬਦ ਹੋਰ, ਸਮਝ ਲਿਓ ਕਿ ਨਾਮ ਅੰਮ੍ਰਿਤ ਪੀਂਦਾ ਤੇ ਪਿਆਸ ਹੋਰ ਪ੍ਰਗਟ ਹੋ ਜਾਂਦੀ ਹੈ, ਹੋਰ ਅੰਮ੍ਰਿਤ ਪੀਂਦਾ। ਫਿਰ ਮਨ ਜਾਗੇ ਕਿ ਇਹ ਨਿਸ਼ਾਨੀ, ਪ੍ਰੇ ਲਾਗੇ ਸਤਿਗੁਰ ਕੀ ਬਾਣੀ। ਇਹ ਮਨ ਜਾਗਦੇ ਦੀ ਨਿਸ਼ਾਨੀ ਹੈ। ਬਾਣੀ ਪਿਆਰੀ ਲੱਗਣ ਲੱਗ ਜਾਂਦੀ ਹੈ, ਮਿੱਠੀ ਲੱਗਣ ਲੱਗ ਜਾਂਦੀ ਹੈ। ਜਿਵੇਂ ਜਿਵੇਂ ਸਿੱਖ ਬਾਣੀ ਪੜ੍ਹਦਾ ਹੈ, ਇੱਕ ਪੱਤਰਾ ਪਾਠ ਕੀਤਾ, ਮਨ ਆਖਦਾ ਸਮਾਪਤੀ ਤੋਂ ਪਹਿਲਾਂ ਚੱਲ ਇੱਕ ਸ਼ਬਦ ਹੋਰ ਪੜ੍ਹ ਲੈ। ਸ਼ਬਦ ਪੜ੍ਹਿਆ, ਮਨ ਆਖਦਾ ਇੱਕ ਸ਼ਬਦ ਹੋਰ। ਪਿਆਸ ਲੱਗੀ ਹੈ, ਨਾਮ ਅੰਮ੍ਰਿਤ ਪੀਤਾ, ਪਿਆਸ ਹੋਰ ਪੜ ਗਈ, ਨਹੀਂ ਹੋਰ ਨਾਮ ਅੰਮ੍ਰਿਤ ਪੀ ਲਵਾਂ। ਇਹਨੂੰ ਕਹਿੰਦੇ ਨੇ ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮੈਂ ਅਗਨ ਉੱਠੀ ਅਧਿਕਾਏ। ਤੇਰੇ ਨਾਮ ਜਲ ਨੂੰ ਪੀ ਕੇ ਮੇਰੀ ਪਿਆਸ ਬੁਝਦੀ ਨਹੀਂ, ਹੋਰ ਭੜਕ ਜਾਂਦੀ ਹੈ। ਜਿੰਨਾ ਨਾਮ ਜਪਦਾ ਮਨ ਕਹਿੰਦਾ ਹੋਰ ਜਪ ਲਵਾਂ, ਹੋਰ ਜਪ ਲਵਾਂ। ਅੱਜ ਦੇ ਬਚਨ ਰਸਨ ਰਸਾਏ ਨਾਮ ਤਿਸਾਏ। ਜਿਵੇਂ ਰਸਨਾ ਨਾਮ ਦਾ ਰਸ ਲੈਂਦੀ ਹੈ, ਨਾਮ ਦੀ ਤਿਸਾਏ ਮੈਨੇ ਤਿਖਾ, ਪਿਆਸ ਤ੍ਰੇ, ਇਹ ਹੋਰ ਭੜਕ ਜਾਂਦੀ ਹੈ, ਹੋਰ ਪਿਆਸ ਲੱਗਦੀ, ਮੈਂ ਹੋਰ ਨਾਮ ਜਪ ਲਵਾਂ। ਰਸਨ ਰਸਾਏ ਨਾਮ ਤਿਸਾਏ, ਗੁਰੂ ਕੈ ਸ਼ਬਦ ਵਿਕਾਣੇ। ਉਹ ਭਗਤ ਗੁਰੂ ਦੇ ਸ਼ਬਦ ਵਿੱਚ ਵਿਕ ਗਏ, ਆਪਣੇ ਆਪ ਨੂੰ ਉਹਨਾਂ ਗੁਰੂ ਅੱਗੇ ਵੇਚ ਦਿੱਤਾ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਹਾਟ ਵਿਕਰਨਾ। ਜਿਤ ਲਾਇਆ
ਤਿਤ ਲਾਗਾ, ਮੈਂ ਗੁਰੂ ਦੇ ਬਚਨਾਂ ਬਦਲੇ ਗੁਰੂ ਦੀ ਹੱਟੀ, ਗੁਰੂ ਦੇ ਦਰ ਤੇ ਵਿਕ ਗਿਆ। ਪਾਰਸ ਪਰਸਿਐ ਪਾਰਸ ਹੋਏ, ਜਾਂ ਤੇਰੇ ਮਨ ਭਾਣੇ। हे ਪ੍ਰਭੂ, ਜਦੋਂ ਉਹ ਭਗਤ ਤੇਰੇ ਮਨ ਨੂੰ ਪਾ ਜਾਂਦੇ ਨੇ, ਤੇਰੇ ਪਾਰਸ ਨਾਲ ਜੁੜ ਕੇ ਉਹ ਪਾਰਸ ਹੋ ਜਾਂਦੇ ਨੇ। ਹੁੰਦਾ ਨਹੀਂ ਇਸ ਤਰ੍ਹਾਂ, ਕਿਉਂਕਿ ਪਾਰਸ ਨਾਲ ਲੋਹਾ ਜੁੜੇ ਸੋਨਾ ਬਣ ਜਾਂਦਾ ਹੈ, ਪਾਰਸ ਨਹੀਂ ਹੁੰਦਾ। ਪਰ ਪ੍ਰਭੂ ਤੂੰ ਇਹੋ ਜਿਹਾ ਪਾਰਸ ਹੈ, ਜਦੋਂ ਕੋਈ ਤੇਰੇ ਨਾਲ ਛੋ ਜਾਂਦਾ ਹੈ ਤੂੰ ਉਹਨੂੰ ਵੀ ਪਾਰਸ ਬਣਾ ਦਿੰਦਾ ਹੈ, ਉਹ ਅੱਗੋਂ ਫਿਰ ਦੁਨੀਆ ਨੂੰ ਕੀਮਤੀ ਬਣਾ ਦਿੰਦਾ ਹੈ। ਪਾਰਸ ਪਰਸਿਐ ਪਾਰਸ ਹੋਏ, ਤੂੰ ਪਾਰਸ ਬਣਾ ਦਿੰਦਾ ਹੈ। ਰਾਮਾਨੰਦ ਭਗਤ ਹੈ, ਰਾਮਾਨੰਦ ਭਗਤ ਦੇ ਨਾਲ ਕਬੀਰ ਛੋਇਆ, ਕਬੀਰ ਵੀ ਭਗਤ ਹੋ ਗਿਆ। ਛੋਇਆ ਹੀ ਸੀ ਨਾ ਸਿਰਫ। ਯਾਦ ਰੱਖਿਓ, ਜੇ ਤੀਰਥਾਂ ਤੇ ਇਸ਼ਨਾਨ ਕੀਤਿਆਂ ਰੱਬ ਮਿਲਦਾ ਹੁੰਦਾ ਨਾ, ਤੇ ਭਗਤ ਕਬੀਰ ਦਾ ਤੇ ਘਰ ਹੀ ਗੰਗਾ ਦੇ ਕਿਨਾਰੇ ਸੀ, ਉਹ ਚੁੱਭੀ ਮਾਰ ਲੈਂਦੇ ਉਸ ਤੇ ਤੀਰਥ ਦੇ ਵਿੱਚ। ਪਰ ਨਹੀਂ, ਉੱਥੇ ਪੌੜੀਆਂ ਤੇ ਜਾ ਕੇ ਲੇਟ ਗਏ ਕਿ ਨਹੀਂ ਨਹੀਂ, ਗੁਰੂ ਦੀ ਬੜੀ ਲੋੜ ਹੈ, ਗੁਰੂ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੈ। ਅੱਜ ਤੀਕਰਾਂ ਕਿਸੇ ਨੇ ਗੁਰੂ ਤੋਂ ਬਿਨਾਂ ਰੱਬ ਨੂੰ ਪਾਇਆ ਹੀ ਨਹੀਂ, ਤੇ ਨਾ ਹੀ ਕਦੀ ਕੋਈ ਪਾ ਸਕਦਾ। ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਗੁਰੂ ਦੀ ਅਹਿਮੀਅਤ ਹੈ। ਤੇ ਭਗਤ ਕਬੀਰ ਪੌੜੀਆਂ 'ਚ ਲੇਟ ਗਏ। ਹੋਏ ਬਰਖਤ ਬਨਾਰਸੀ, ਰਹਿੰਦਾ ਰਾਮਾਨੰਦ ਗੁਸਾਈ। ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਾਵਣ ਤਾਈ। ਅੱਗੋਂ ਹੀ ਦੇ ਜਾਏ ਕੈ, ਲੰਮਾ ਪਿਆ ਕਬੀਰ ਤਿਥਾਈ। ਪੈਰੀ ਟੰਬ ਉਠਾ ਲਿਆ, ਛੋਈ ਮਿਲੀ ਸੀ ਨਾ ਭਗਤ ਰਾਮਾਨੰਦ ਦੀ। ਪੈਰ ਨਾਲ ਛੋ ਕੇ ਕਿਹਾ ਸੀ, ਉਠੋ ਰਾਮ ਕੇ ਰਾਮ ਕਹੋ, ਇਹ ਸੌਣ ਦਾ ਸਮਾਂ ਨਹੀਂ ਹੈ। ਤੇ ਭਗਤ ਕਬੀਰ ਆਖਦੇ ਨੇ, ਮੈਨੂੰ ਰਾਮ ਦੀ ਦਾਤ ਦੇਗਾ ਕੌਣ, ਮੇਰੇ ਗੁਰੂ ਹੋ ਜਾਓ। ਇਹੀ ਕਾਰਨ ਸੀ ਲੇਟਣ ਦਾ ਉੱਥੇ, ਕਿਉਂਕਿ ਭਗਤ ਰਾਮਾਨੰਦ ਬ੍ਰਾਹਮਣ ਨੇ, ਤੇ ਬ੍ਰਾਹਮਣ ਤੇ ਖੱਤਰੀ ਚੇਲੇ ਹੋ ਸਕਦੇ ਨੇ, ਹੋਰ ਕੋਈ ਨਹੀਂ। ਪਰ ਸੱਚਮੁੱਚ ਉਹ ਰਾਮਾਨੰਦ ਭਗਤ ਹੋਏਗਾ ਜਿਹੜਾ ਆਖਦਾ, ਕਬੀਰ ਭਾਵੇਂ ਲੋਕ ਤੈਨੂੰ ਜੁਲਾ ਕਹਿੰਦੇ ਨੇ, ਪਰ ਮੈਂ ਤੈਨੂੰ ਚੇਲਾ ਬਣਾਵਾਂਗਾ, ਮੇਰੇ ਲਈ ਤੂੰ ਰੱਬ ਦਾ ਰੂਪ ਹੀ ਹੈ। ਪੈਰੀ ਟੰਬ ਉਠਾਲਿਆ, ਬੋਲੋ ਰਾਮ ਸਿੱਖ ਸਮਝਾਈ। ਜੋ ਲੋਹਾ ਪਾਰਸ ਛੁਹੈ, ਚੰਦਨ ਵਾਸ ਨਿਮ ਮਹਿਕਾਈ। ਪਸ਼ੂ ਪ੍ਰੇਤੋਂ ਦੇਵ ਕਰ, ਪੂਰੇ ਸਤਿਗੁਰ ਦੀ ਵਡਿਆਈ। ਅਚਰਜ ਨੂੰ ਅਚਰਜ ਮਿਲੇ, ਵਿਸਮਾਦੈ ਵਿਸਮਾਦ ਮਿਲਾਈ। ਝਰਨਾ ਝਰਦਾ ਨਿਜਰੋਂ, ਗੁਰਮੁਖ ਬਾਣੀ ਅਕੜ ਕੜਾਈ। ਰਾਮ ਕਬੀਰੈ ਭੇਦ ਨਾ ਪਾਈ। ਰੱਬ ਦਾ ਹੀ ਰੂਪ ਹੋ ਗਏ। ਪਾਰਸ ਪਾਰਸ ਕਰ ਦਿੰਦਾ ਹੈ, ਸੋਨਾ ਨਹੀਂ। ਪਾਰਸ ਪਰਸਿਐ ਪਾਰਸ ਹੋਏ, ਜਾਂ ਤੇਰੇ ਮਨ ਭਾਣੇ। ਪ੍ਰਭੂ ਤੂੰ ਰੱਬ ਹੈ, ਭਗਤ ਨੂੰ ਵੀ ਰੱਬ ਬਣਾ ਦਿੰਦੇ। ਰਾਮ ਕਬੀਰੈ ਭੇਦ ਨਾ ਪਾਈ। ਅਬ ਤੋ ਜਾਏ ਚੜ੍ਹੈ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ। ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੇ ਪਛਾਨੀ। हे ਪ੍ਰਭੂ ਤੂੰ ਤੇ ਪਾਰਸ ਹੈ ਹੀ, ਆਪਣੇ ਭਗਤ ਨੂੰ ਛੋ ਕੇ ਉਹਨੂੰ ਪਾਰਸ ਕਰ ਦਿੰਦੇ, ਆਪਣੇ ਵਰਗਾ ਕਰ ਲੈਂਦੇ। ਪਾਰਸ ਪਰਸਿਐ ਪਾਰਸ ਹੋਏ, ਜਾਂ ਤੇਰੇ ਮਨ ਭਾਣੇ। ਅਮਰਾ ਪਦ ਪਾਇਆ ਆਪ ਗਵਾਇਆ, ਵਿਰਲਾ ਗਿਆਨ ਵਿਚਾਰੀ। ਉਹ ਅਮਰ ਪਦਵੀ ਤੇ ਪਹੁੰਚ ਜਾਂਦੇ ਨੇ ਜਿੱਥੇ ਮੌਤ ਵੀ ਨਾ ਮਾਰ ਸਕੇ। ਆਪ ਗਵਾਇਆ, ਉਹਨਾਂ ਨੇ ਆਪਣੇ ਆਪ ਨੂੰ ਮਿਟਾ ਦਿੱਤਾ। ਵਿਰਲਾ ਗਿਆਨ ਵਿਚਾਰੀ। ਗਿਆਨ ਪੜ੍ਹਨ ਵਾਲੇ ਪੰਡਿਤ ਬੜੇ ਨੇ, ਵਿਚਾਰਨ ਵਾਲਾ ਭਗਤ ਵਿਰਲਾ ਹੁੰਦਾ ਹੈ। ਜਗ ਗਿਆਨੀ ਵਿਰਲਾ ਆਚਾਰੀ। ਗਿਆਨ ਸਭ ਨੂੰ ਹੁੰਦਾ ਵੀ ਕਿਵੇਂ ਜਿਉਣਾ ਕਿਵੇਂ ਨਹੀਂ, ਪਰ ਪ੍ਰੈਕਟੀਕਲ ਕਿਸੇ ਵਿਰਲੇ ਦਾ ਹੁੰਦਾ ਹੈ। ਪਤਾ ਸਭ ਨੂੰ ਹੈ ਕਿ ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ, ਪਰ ਸੱਚ ਕੋਈ ਵਿਰਲਾ ਬੋਲਦਾ ਹੈ। ਪਤਾ ਸਭ ਨੂੰ ਹੈ ਕਿ ਹੱਕ ਪਰਾਇਆ ਨਾਨਕਾ ਸੁਸੂਰ ਸਗਾਏ, ਪਰ ਹੱਕ ਦੀ ਕਮਾਈ ਕੋਈ ਵਿਰਲਾ ਖਾਂਦਾ ਹੈ। ਗਿਆਨਵਾਨ ਨੇ ਲੋਕ, ਇਹ ਨਹੀਂ ਗਿਆਨਵਾਨ ਨਹੀਂ, ਗਿਆਨਵਾਨ ਬਹੁਤ ਨੇ, ਪਰ ਆਚਾਰ ਨਹੀਂ ਹੈ, ਪ੍ਰੈਕਟੀਕਲ ਨਹੀਂ ਹੈ। ਜਗ ਗਿਆਨੀ ਵਿਰਲਾ ਆਚਾਰੀ, ਜਗ ਪੰਡਿਤ ਵਿਰਲਾ ਵਿਚਾਰੀ। ਲੋਕ ਪੰਡਿਤ ਹੋ ਜਾਂਦੇ ਨੇ, ਵਿਚਾਰ ਕੋਈ ਵਿਰਲਾ ਕਰਦਾ, ਮੈਂ ਕੀ ਪੜ੍ਹ ਰਿਹਾ। ਪੰਡਿਤ ਦੇ ਵਿੱਚ ਤੇ ਵਿਚਾਰਵਾਨ 'ਚ ਫਰਕ ਹੈ। ਪੰਡਿਤ ਤੋਤੇ ਹੁੰਦੇ ਨੇ, ਤੋਤੇ ਨੂੰ ਸਿਖਾ ਦਿੱਤਾ ਜੀ ਆਇਆਂ ਨੂੰ, ਉਹਨੇ ਸਿੱਖ ਲਿਆ। ਕੋਈ ਮਹਿਮਾਨ ਆਇਆ, ਉਹਨੇ ਕਹਿ ਦਿੱਤਾ ਜੀ ਆਇਆਂ ਨੂੰ, ਜੀ ਆਇਆਂ ਨੂੰ ਕਹੀ ਜਾਂਦਾ ਹੈ। ਤੇ ਜਦੋਂ ਕੋਈ ਮਹਿਮਾਨ ਘਰੋਂ ਜਾਣ ਲੱਗਦਾ, ਉਹ ਫਿਰ ਕਹੀ ਜਾਂਦਾ ਜੀ ਆਇਆਂ ਨੂੰ, ਜੀ ਆਇਆਂ ਨੂੰ, ਕਿਉਂਕਿ ਵਿਚਾਰ ਨਹੀਂ ਨਾ ਵੀ ਜੀ ਆਇਆਂ ਨੂੰ ਦਾ ਮਤਲਬ ਕੀ ਹੈ। ਪੰਡਿਤ ਹੋ ਗਿਆ, ਸਿੱਖ ਲਿਆ ਉਹਨੇ ਜੀ ਆਇਆਂ ਨੂੰ, ਪਰ ਉਹਦੇ ਕੋਲ ਵਿਚਾਰ ਨਹੀਂ ਹੈ ਕਿ ਆਉਣ ਵਾਲੇ ਨੂੰ ਕਹੀਦਾ ਜੀ ਆਇਆਂ ਨੂੰ, ਜਾਣ ਵਾਲੇ ਨੂੰ ਨਹੀਂ ਕਹੀਦਾ। ਬਸ ਇੰਨਾ ਕੁ ਫਰਕ ਹੈ ਪੰਡਿਤ ਦਾ ਤੇ ਵਿਚਾਰਵਾਨ ਦਾ। ਜਗ ਗਿਆਨੀ ਵਿਰਲਾ ਆਚਾਰੀ, ਜਗ ਪੰਡਿਤ ਵਿਰਲਾ ਵਿਚਾਰੀ। ਵਿਚਾਰਵਾਨ ਕੋਈ ਵਿਰਲਾ ਹੈ ਜਿਹੜਾ ਵਿਚਾਰ ਕੇ ਇਸ ਗਿਆਨ ਨੂੰ ਹਾਸਲ ਕਰਦਾ ਹੈ। ਅਮਰਾ ਪਦ ਪਾਇਆ ਆਪ ਗਵਾਇਆ,
ਵਿਰਲਾ ਗਿਆਨ ਵਿਚਾਰੀ। ਵਿਰਲਾ ਹੈ ਜਿਹੜਾ ਗੁਰੂ ਦੇ ਗਿਆਨ ਦੀ ਵਿਚਾਰ ਵੀ ਕਰਨ ਲੱਗ ਜਾਂਦਾ ਹੈ, ਜਿਹੜਾ ਉਹਨੂੰ ਜੀਵਨ ਵਿੱਚ ਧਾਰ ਲੈਂਦਾ ਹੈ, ਹੁਕਮ ਕਮਾ ਲੈਂਦਾ ਹੈ। ਛੋਟੀ ਜੀ ਉਮਰ ਸੀ ਭਾਈ ਜੇਠੇ ਦੀ, ਜਦੋਂ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਜਾ ਕੇ ਇੱਕ ਗੱਲ ਕਹੀ ਸੀ, ਸਤਿਗੁਰੂ ਗਿਆਨ ਦੇ ਦਿਓ, ਮੈਂ ਧਾਰ ਲਵਾਂ ਜੀਵਨ ਦੇ ਵਿੱਚ। ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਪਹਿਲਾ ਸਬਕ ਆਤਮ ਦੇ ਦਿਆਂ। ਪਹਿਲਾ ਸਬਕ, ਸਿੱਖੀ ਦਾ ਪਹਿਲਾ ਸਬਕ ਦਿੱਤਾ ਗੁਰੂ ਅਮਰਦਾਸ ਸਾਹਿਬ ਜੀ ਨੇ। ਕਹਿਣ ਲੱਗੇ, ਬੱਚੇ ਪਹਿਲਾ ਸਬਕ ਹੈ ਇੱਕ ਓੰਕਾਰ। ਸਤਿਵਚਨ ਪਿਤਾ ਜੀ, ਇਹਦਾ ਮਤਲਬ ਕੀ ਹੈ? ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਇਹਦਾ ਮਤਲਬ ਹੈ ਰੱਬ ਇੱਕ ਹੈ ਤੇ ਸਾਰਿਆਂ ਵਿੱਚ ਹੈ। ਇਹ ਹੈ ਗਿਆਨ। ਹੁਣ ਇਹਦੀ ਵਿਚਾਰ ਹੈ, ਇਹ ਗਿਆਨ ਹੈ ਇੱਕ ਓੰਕਾਰ, ਵਿਚਾਰ ਹੈ ਰੱਬ ਇੱਕ ਹੈ ਤੇ ਸਾਰਿਆਂ ਵਿੱਚ ਹੈ। ਇਹਨੂੰ ਪ੍ਰੈਕਟੀਕਲ ਕਰ ਲਈ, ਦਿਸਣਾ ਸ਼ੁਰੂ ਹੋ ਜਾਏ ਸਭ ਚੋਂ। ਜਿੱਦਣ ਪਹਿਲਾ ਸਬਕ ਕਮਾ ਲੇਗਾ, ਦੂਜਾ ਲੈਸਨ ਤੈਨੂੰ ਦੇ ਦਿਆਂਗੇ। ਅਸੀਂ ਤੇ ਜੇ ਪਹਿਲਾ ਸਬਕ ਵੀ ਨਹੀਂ ਕਮਾਇਆ, 18 10 20 ਤੱਕ ਪੜ੍ਹ ਜਾਂਦੇ ਆ, ਪਰ ਇੱਕ ਓੰਕਾਰ ਦੀ ਵੀ ਸਮਝ ਨਹੀਂ ਹੈ। ਉਹ ਲੜ ਰਹੇ ਆ, ਆਹ ਪੜੋ, ਆਹ ਨਾ ਪੜੋ, ਇਹ ਨਾ ਪੜੋ, ਇਹਨਾਂ ਨਾ ਪੜੋ, ਪਰ ਪ੍ਰੈਕਟੀਕਲ ਕੋਈ ਨਹੀਂ ਕਰ ਰਿਹਾ। ਕੋਈ ਵਿਰਲਾ ਕਰਦਾ ਹੈ, ਸਾਰੇ ਨਹੀਂ। ਭਾਈ ਜੇਠਾ ਜੀ ਘਰ ਆਏ, ਘੁੰਗਣੀਆਂ ਵੇਚਦੇ ਸਨ। ਨਾਨੀ ਮਾਂ ਨੇ ਘੁੰਗਣੀਆਂ ਦਾ ਛਾਪਾ ਸਿਰ ਤੇ ਰੱਖਿਆ। ਸਵੇਰ ਦਾ ਸਮਾਂ, ਕਹਿਣ ਲੱਗੇ, ਦੇਖ ਬੱਚੇ, ਤੂੰ ਵੀ ਭੁੱਖਾ ਚੱਲਿਆ, ਮੈਂ ਵੀ ਘਰ ਭੁੱਖੀ ਬੈਠੀ ਆ, ਆਟਾ ਨਹੀਂ ਕਰ, ਘੁੰਗਣੀਆਂ ਜਲਦੀ ਵੇਚ ਕੇ ਆ ਜਾਈ, ਜੋ ਪੈਸਾ ਟਕਾ ਲਿਆਏਗਾ ਮੈਂ ਆਟਾ ਖਰੀਦ ਲਿਆਵਾਂਗੀ, ਦੋਨੋਂ ਨਾਨੀ ਦੋਤਾ ਰੋਟੀ ਖਾ ਲਾਂਗੇ। ਭਾਈ ਜੇਠਾ ਘੁੰਗਣੀਆਂ ਦਾ ਛਾਬਾ ਲੈ ਕੇ ਚਲੇ ਗਏ। ਡਿਓੜੀ ਤੇ ਜਾ ਕੇ ਘੁੰਗਣੀਆਂ ਦਾ ਛਾਬਾ ਰੱਖਿਆ। ਛੋਟੀ ਜੀ ਉਮਰ ਸੀ। ਇੰਨੇ ਨੂੰ ਇੱਕ ਫਕੀਰ ਆਇਆ। ਫਕੀਰ ਆਖਦਾ ਹੈ, ਬੱਚੇ ਭੁੱਖ ਬੜੀ ਲੱਗੀ ਹੈ, ਘੁੰਗਣੀਆਂ ਦੇਂਗਾ ਛਕਣ ਨੂੰ? ਭਾਈ ਜੇਠਾ ਆਖਦੇ ਨੇ, ਫਕੀਰ ਜੀ ਵੇਚਣ ਵਾਸਤੇ ਹੀ ਰੱਖੀਆਂ ਨੇ। ਉਹ ਫਕੀਰ ਕਹਿਣ ਲੱਗਾ, ਮੇਰੇ ਕੋਲ ਦੇਣ ਲਈ ਮਾਇਆ ਨਹੀਂ ਹੈ, 2 ਦਿਨ ਤੋਂ ਭੁੱਖਾ ਵਾਂ, ਜੇ ਮੁਫਤ ਦੇ ਸਕਦਾ ਤੇ ਤੇਰੀ ਮਰਜ਼ੀ। ਤਰਸ ਪੈਦਾ ਹੋ ਗਿਆ ਫਕੀਰ ਵੱਲ ਦੇਖ ਕੇ। ਯਾਦ ਰੱਖਿਓ, ਧਰਮ ਪੈਦਾ ਹੀ ਦਇਆ ਚੋਂ ਹੁੰਦਾ ਹੈ। ਜਿੱਥੇ ਦਇਆ ਨਹੀਂ ਉੱਥੇ ਧਰਮ ਵੀ ਨਹੀਂ। ਧੌਲ ਧਰਮ ਦਇਆ ਕਾ ਪੂਤ। ਜਿਸ ਬੰਦੇ ਦੇ ਅੰਦਰ ਤਰਸ ਨਹੀਂ ਨਾ, ਉਹ ਬੰਦਾ ਧਰਮੀ ਨਹੀਂ ਹੋ ਸਕਦਾ। ਤਰਸ ਆ ਗਿਆ ਤੇ ਨਾਲ ਪਹਿਲਾ ਸਬਕ ਯਾਦ ਆ ਗਿਆ, ਇੱਕ ਓੰਕਾਰ। ਵਿਚਾਰ ਵੀ ਕਰ ਲਈ ਸੀ ਕਿ ਰੱਬ ਇੱਕ ਹੈ, ਸਾਰਿਆਂ ਵਿੱਚ ਹੈ। ਹੁਣ ਪ੍ਰੈਕਟੀਕਲ ਕਰਨ ਦਾ ਸਮਾਂ ਆ ਗਿਆ। ਵਾਹ ਸਤਿਗੁਰਾ, ਅੱਜ ਤੇਰਾ ਲੈਸਨ ਕਮਾਵਾਂਗਾ, ਅੱਜ ਤੇਰਾ ਸਬਕ ਕਮਾਵਾਂਗਾ, ਪੂਰੇ ਨੰਬਰ ਲੈ ਕੇ ਪਾਸ ਹੋਵਾਂਗਾ। ਕਹਿਣ ਲੱਗੇ, ਫਕੀਰ ਜੀ ਕੀ ਹੋਇਆ? ਮਾਇਆ ਨਹੀਂ, ਆਪਣੀ ਬੁੱਕ ਕਰੋ, ਮੈਂ ਘੁੰਗਣੀਆਂ ਦਿੰਦਾ। ਫਕੀਰ ਨੇ ਬੁੱਕ ਕੀਤੀ। ਭਾਈ ਜੇਠਾ ਜੀ ਨੇ ਘੁੰਗਣੀਆਂ ਦੀ ਬੁੱਕ ਭਰੀ, ਫਕੀਰ ਦੀ ਤਲੀ ਤੇ ਘੁੰਗਣੀਆਂ ਰੱਖੀਆਂ। 8-10 ਕੁ ਛੋਲਿਆਂ ਦੇ ਦਾਣੇ ਆਏ। ਫਕੀਰ ਆਖਦੇ, ਮੇਰੇ ਇਹਨਾਂ ਨਾਲ ਕੀ ਬਣਨਾ ਮੇਰਾ? ਭਾਈ ਜੇਠਾ ਜੀ ਨੇ ਫਿਰ ਘੁੰਗਣੀਆਂ ਦੀ ਬੁੱਕ ਭਰੀ, ਫਕੀਰ ਦੀ ਤਲੀ ਤੇ ਘੁੰਗਣੀਆਂ ਰੱਖੀਆਂ। 10-12 ਕੁ ਛੋਲਿਆਂ ਦੇ ਦਾਣੇ ਹੋਰ ਆ ਗਏ। ਫਕੀਰ ਹੱਸ ਪਿਆ, ਕਹਿਣ ਲੱਗਾ, ਇਹ ਬੱਚੇ, ਤੇਰੇ ਹੱਥ ਬੜੇ ਛੋਟੇ ਨੇ, ਨੰਨੇ ਨੇ, ਨਿੱਕੇ ਨਿੱਕੇ ਤੇਰੇ ਹੱਥ ਨੇ, ਤੇ ਮੇਰਾ ਬੁੱਕ ਬੜਾ ਵੱਡਾ ਹੈ, ਇੰਨੇ ਕੁਝ ਘੁੰਗਣੀਆਂ ਨਾਲ ਮੇਰਾ ਕੀ ਬਣੇਗਾ? ਭਾਈ ਜੇਠਾ ਜੀ ਨੇ ਛਾਬਾ ਹੀ ਅੱਗੇ ਰੱਖ ਦਿੱਤਾ। ਫਕੀਰ ਜੀ, ਜਿੰਨੀਆਂ ਘੁੰਗਣੀਆਂ ਦੀ ਲੋੜ ਹੈ ਆਪੇ ਛਕ ਲਓ। ਫਕੀਰ ਨੇ ਆਪਣਾ ਵੱਡਾ ਸਾਰਾ ਬੁੱਕ ਭਰਿਆ, ਘੁੰਗਣੀਆਂ ਦਾ ਛਕ ਗਿਆ। ਦੂਸਰਾ ਬੁੱਕ ਭਰਿਆ, ਉਹ ਵੀ ਛਕ ਲਈਆਂ ਘੁੰਗਣੀਆਂ। ਤੀਸਰਾ ਬੁੱਕ ਭਰਿਆ, ਉਹ ਵੀ ਛਕ ਗਿਆ। ਤਿੰਨਾਂ ਚੌਹਾਂ ਬੁੱਕਾਂ ਦੇ ਵਿੱਚ ਉਹਨੇ ਛਾਬਾ ਖਾਲੀ ਕੀਤਾ ਤੇ ਸਾਹਮਣੇ ਰੱਖ ਦਿੱਤਾ ਤੇ ਇੱਕ ਅਸੀਸ ਦਿੰਦਾ ਤੁਰ ਪਿਆ। ਹੇ ਬੱਚੇ, ਤੂੰ ਮੈਨੂੰ ਰਜਾਇਆ ਹੀ, ਰੱਬ ਤੈਨੂੰ ਰਜਾਈ ਰੱਖੇ, ਜਿਹੜਾ ਤੇਰੇ ਦਰਵਾਜ਼ੇ ਆਏ ਕਦੀ ਭੁੱਖਾ ਨਾ ਮੁੜੇ। ਇਹਨੂੰ ਕਹਿੰਦੇ ਨੇ ਅਣਹੋਂਦੇ ਆਪ ਵੰਡਾਏ। ਅਣਹੋਂਦ ਵਿੱਚ ਵੀ ਕਿਸੇ ਨੂੰ ਵੰਡ ਕੇ ਦੇਣਾ, ਕੋਈ ਐਸਾ ਭਗਤ ਸਦਾਏ। ਉਸ ਫਕੀਰ ਨੂੰ ਇਹ ਨਹੀਂ ਪਤਾ, ਅੱਜ ਇਸ ਬੱਚੇ ਦੇ ਘਰ ਖਾਣ ਲਈ ਕੁਛ ਨਹੀਂ ਹੈ, ਆਪ ਭੁੱਖਾ ਬੈਠਾ ਹੈ, ਦੂਜਿਆਂ ਨੂੰ ਰਜਾ ਰਿਹਾ ਹੈ। ਫਕੀਰ ਅਸੀਸ ਦਿੰਦਾ ਤੁਰ ਪਿਆ। ਭਾਈ ਜੇਠਾ ਜੀ ਨੇ ਖਾਲੀ ਛਾਬਾ ਚੁੱਕਿਆ, ਝੌਂਪੜੀ 'ਚ ਵਾਪਸ ਆਏ। ਨਾਨੀ ਮਾਂ ਨੇ ਦੇਖਿਆ, ਕਹਿਣ ਲੱਗੀ, ਬੱਚੇ, ਲੱਗਦਾ ਸਵੇਰੇ ਸਵੇਰੇ ਅਮੀਰ ਗਾਹਕ ਮਿਲ ਗਿਆ ਹੈ, ਸਵੇਰੇ ਸਵੇਰੇ ਘੁੰਗਣੀਆਂ ਵੇਚ ਆਇਆ। ਲਿਆ, ਕਿੰਨੀ ਮਾਇਆ ਲੈ ਕੇ ਆਇਆ? ਮੈਂ ਹੁਣੇ ਆਟਾ ਖਰੀਦ ਲਿਆਵਾਂ, ਦੋਨੋਂ ਨਾਨੀ ਦੋਤਾ ਰੋਟੀ ਖਾਵਾਂਗੇ, ਭੁੱਖੇ ਬੈਠੇ ਆ ਰਾਤ ਦੇ। ਤੇ ਭਾਈ ਜੇਠਾ ਆਖਦੇ ਨੇ, ਨਾਨੀ ਮਾਂ, ਅੱਜ ਮਾਇਆ ਨਹੀਂ ਲਈ, ਅੱਜ ਆਨੰਦ ਹੀ ਲਿਆ। ਨਾਨੀ ਮਾਂ ਆਖਦੀ, ਮੈਂ ਸਮਝੀ ਨਹੀਂ। ਨਾਨੀ ਮਾਂ, ਮਾਇਆ ਤੇ ਰੋਜ਼ ਲੈ ਕੇ ਆਂਦਾ ਸਾਂ, ਅੱਜ ਕਿਸੇ ਭੁੱਖੇ ਨੂੰ ਘੁੰਗਣੀਆਂ ਛਕਾ ਕੇ ਜਿਹੜਾ ਆਨੰਦ ਆਇਆ ਨਾ, ਅੱਜ ਤੱਕ ਨਹੀਂ ਆਇਆ।
ਅੱਜ ਸੰਤੁਸ਼ਟੀ ਮਿਲੀ ਮਨ ਨੂੰ, ਕੁਝ ਚੰਗਾ ਕਰਕੇ ਆਇਆ ਮੈਂ। ਜੋ ਅੱਜ ਆਨੰਦ ਆਇਆ ਕਦੀ ਆਇਆ ਹੀ ਨਹੀਂ। ਨਾਨੀ ਮਾਂ ਦੀਆਂ ਅੱਖਾਂ 'ਚ ਹੰਝੂ ਆ ਗਏ, ਰੋ ਪਈ। ਭਾਈ ਜੇਠੇ ਨੇ ਦੇਖਿਆ, ਮਾਂ ਰੋ ਨਾ। ਮੈਨੂੰ ਕੀ ਪਤਾ ਸੀ ਮੈਂ ਕਿਸੇ ਭੁੱਖੇ ਨੂੰ ਘੂਣੀਆਂ ਖਵਾਵਾਂਗਾ, ਤੂੰ ਰੋਏਂਗੀ। ਮੈਥੋਂ ਤੇਰਾ ਰੋਣਾ ਬਰਦਾਸ਼ਤ ਨਹੀਂ ਹੁੰਦਾ, ਤੂੰ ਰੋ ਨਾ। ਮੈਂ ਵਾਅਦਾ ਕਰਦਾ, ਮੇਰੇ ਸਾਹਮਣੇ ਕੋਈ ਭੁੱਖ ਨਾਲ ਤੜਪ ਕੇ ਦਮ ਤੋੜ ਜਾਏ, ਮੈਂ ਘੂਣੀਆਂ ਵੇਚ ਕੇ ਆਵਾਂਗਾ, ਫਰੀ ਨਹੀਂ ਖਵਾਵਾਂਗਾ। ਨਾਨੀ ਮਾਂ ਨੇ ਘੁੱਟ ਕੇ ਗਲਵਕੜੀ ਵਿੱਚ ਲਿਆ, ਨਹੀਂ ਮੇਰੇ ਬੱਚੇ, ਮੈਂ ਅੱਜ ਬਹੁਤ ਖੁਸ਼ ਹਾਂ, ਬਹੁਤ ਚੰਗਾ ਕੰਮ ਕਰਕੇ ਆਇਆ, ਅੱਜ ਤੋਂ ਮੈਂ ਬਹੁਤ ਪ੍ਰਸੰਨ ਹਾਂ। ਹੰਝੂ ਇਸ ਕਰਕੇ ਨੇ, ਮੇਰਾ ਮਾਲਕਾ ਕਿਹੋ ਜੀ ਤੇਰੀ ਅਜਬ ਦੁਨੀਆ ਹੈ, ਕਿਹੋ ਜਿਹਾ ਤੇਰਾ ਸੰਸਾਰ। ਜਿਨ੍ਹਾਂ ਦੇ ਘਰ ਧਨ ਦੌਲਤ ਪਦਾਰਥਾਂ ਨਾਲ ਭਰ ਦਿੰਨੇ, ਉਹਨਾਂ ਨੂੰ ਤੂੰ ਵੰਡਣ ਦਾ ਜਿਗਰਾ ਨਹੀਂ ਦਿੰਦਾ, ਤੰਗ ਦਿਲ ਦੇ ਦਿੰਨੇ। ਤੇ ਜਿਹਨੂੰ ਏਡਾ ਵੱਡਾ ਵੰਡਣ ਦਾ ਜਿਗਰਾ ਦੇ ਦਿੰਨੇ, ਉਹਨਾਂ ਦੇ ਘਰ ਖਾਲੀ ਰੱਖ ਦਿੰਨੇ। ਜਿਨ੍ਹਾਂ ਦੇ ਘਰ ਪਦਾਰਥਾਂ ਨਾਲ ਭਰੇ ਨੇ, ਉਹਨਾਂ ਨੂੰ ਤੰਗ ਦਿਲ ਦੇ ਦਿੰਦਾ, ਵੰਡਣ ਦਾ ਜਿਗਰਾ ਨਹੀਂ ਦਿੰਦਾ। ਮੇਰਾ ਮਾਲਕਾ ਇਸ ਬੱਚੇ ਨੂੰ ਏਡਾ ਵੱਡਾ ਵੰਡਣ ਦਾ ਜਿਗਰਾ ਦੇ ਦਿੱਤਾ, ਪੂਰੀ ਦੁਕਾਨ ਹੀ ਲੁਟਾ ਕੇ ਆ ਗਿਆ, ਪਰ ਇਹਦਾ ਘਰ ਖਾਲੀ ਰੱਖ ਦਿੱਤਾ। ਐ ਮੇਰਾ ਮਾਲਕਾ, ਇਹਦੇ ਘਰ ਪਦਾਰਥ ਵੀ ਇੰਨੇ ਭਰਦੇ, ਲੋਕ ਮੰਗਦਿਆਂ ਭਾਵੇਂ ਥੱਕ ਜਾਣ, ਇਹ ਦਿੰਦਿਆਂ ਕਦੀ ਨਾ ਥੱਕੇ, ਇਹਦੇ ਘਰ ਭੰਡਾਰੇ ਮੁੱਕਣ ਹੀ ਨਾ। ਇਹੀ ਭਾਈ ਜੇਠਾ ਦੀ ਬਾਅਦ ਵਿੱਚ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਬਣੇ। ਪਤਾ ਨਹੀਂ ਉਹ ਨਾਨੀ ਮਾਂ ਦੀ ਅਸੀਸ, ਗੁਰੂ ਅਮਰਦਾਸ ਸਾਹਿਬ ਦੀ ਕਿਰਪਾ, ਕਿ ਅੱਜ ਕੋਈ ਅਮੀਰ ਆਦਮੀ, ਹਾਕਮ, ਨਵਾਬ, ਬਾਦਸ਼ਾਹ, ਪ੍ਰੈਜ਼ੀਡੈਂਟ, ਸਮੇਂ ਦਾ ਸ਼ਹਿਨਸ਼ਾਹ, ਭਾਵੇਂ ਕਿਤੇ ਇੱਕ ਡੰਗ ਭੁੱਖਾ ਰਹਿ ਜਾਏ, ਗੁਰੂ ਰਾਮਦਾਸ ਪਾਤਸ਼ਾਹ ਦੇ ਲੰਗਰਾਂ ਚੋਂ ਜਿਹੜਾ ਨਿਕਲਦਾ, ਰੱਜ ਕੇ ਹੀ ਨਿਕਲਦਾ, ਖਾਲੀ ਨਹੀਂ ਨਿਕਲਦਾ, ਰੱਜ ਕੇ ਨਿਕਲਦਾ। ਘਰ ਤਾਂ ਤੇਰਾ ਹੈ, ਸਭ ਕੁਛ ਹੈ। ਵਾਹ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ, ਸੱਚਮੁੱਚ ਤੇਰੇ ਘਰ ਭੰਡਾਰੇ ਇੰਨੇ ਭਰੇ ਗਏ, ਦੇਂਦਾ ਦੇ, ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਲੋਕ ਭਾਵੇਂ ਝੋਲੀਆਂ ਭਰਦੇ ਥੱਕ ਜਾਣ, ਤੇਰੇ ਘਰ ਚ ਪਦਾਰਥ ਕਦੀ ਨਹੀਂ ਮੁੱਕਦੇ, ਤੂੰ ਦੇਈ ਚਲਾ ਜਾਂਦਾ, ਦੇਈ ਜਾਂਦਾ। ਸੱਚਮੁੱਚ ਜਦੋਂ ਕੋਈ ਮਾਲਕ ਦੇ ਦਰ ਪ੍ਰਵਾਨ ਚੜ੍ਹਦਾ, ਮਾਲਕ ਦੇ ਖਜ਼ਾਨਿਆਂ ਦਾ ਉਹ ਮਾਲਕ ਬਣ ਜਾਂਦਾ ਹੈ। ਨਾਨਕ ਭਗਤ ਸੋਹਣ ਦਰ ਸਾਚੈ, ਸੱਚੇ ਕੇ ਵਪਾਰੀ। ਉਹ ਸੱਚ ਦੇ ਹੀ ਵਪਾਰੀ ਹੋ ਜਾਂਦੇ ਨੇ, ਸੱਚ ਹੀ ਵਰਤਾਨ ਲੱਗ ਜਾਂਦੇ ਨੇ। ਹੇ ਨਾਨਕ, ਉਹ ਭਗਤ ਮਾਲਕ ਪਰਮੇਸ਼ਰ ਦੇ ਘਰ ਸ਼ੋਭਦੇ ਨੇ। ਕਿੰਨਾ ਸ਼ੋਭਦੇ ਨੇ? ਉਹੀ ਗੁਰੂ ਰਾਮਦਾਸ ਪਾਤਸ਼ਾਹ ਜਿਨ੍ਹਾਂ ਨੂੰ ਦੁਨੀਆ ਨੇ ਰੱਬ ਕਹਿ ਕੇ ਨਮਸਕਾਰ ਕੀਤੀ। ਉਹ ਗੁਰੂ ਰਾਮਦਾਸ ਪਾਤਸ਼ਾਹ, ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ, ਆਪ ਸਿਰਜਣਹਾਰੈ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਸਿੱਖ ਸੰਗਤਾਂ ਨੇ ਰੱਬ ਕਹਿ ਕੇ ਨਮਸਕਾਰ ਕੀਤੀ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਅਸੀਂ ਵੀ ਗੁਰੂ ਚਰਨਾਂ ਵਿੱਚ ਜੁੜ ਕੇ ਗੁਰੂ ਗਿਆਨ ਨੂੰ ਜੀਵਨ ਵਿੱਚ ਲਿਆ ਕੇ ਗੁਰੂ ਚਰਨਾਂ ਦੇ ਵਿੱਚ ਪ੍ਰਵਾਨ ਚੜ੍ਹ ਸਕੀਏ। ਹੋਈਆਂ ਭੁੱਲਾਂ ਖਿਮਾ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ